ਜ਼ਿਆਦਾ ਪਰੇਸ਼ਾਨੀਆਂ ਤਾਂ ਦੱਸ ਦਿਓ, ਸਗੋਂ ਮੈਂ ਮਾੜਾ ਜਿਹਾ ਹੈਲਪ ਕਰ ਦਾਂਗਾ। ਹਾਂ ਕਰ ਦਿਓ ਤੁਸੀਂ ਫਿਰ। ਮੈਂ ਖਾਲੀ ਮਿਊਟ ਹੋ ਜਾਣਾ। ਜੇ ਪਰੇਸ਼ਾਨੀਆਂ ਦੇਖ ਲਓ, ਮੈਂ ਸ਼ੁਰੂ ਕਰ ਦਿੰਦਾ। ਹਾਂ ਕਰ ਦਿਓ, ਕੋਈ ਗੱਲ ਨਹੀਂ ਤੁਸੀਂ ਕਰੋ ਉਹਦੇ ਵਿੱਚ ਕਰੈਕਟ ਕਰ ਦਿਓ ਜੇ ਮੇਰੀ ਕੋਈ ਨਾ ਕੋਈ ਗੱਲ ਨਹੀਂ, ਮੈਂ ਮਿਊਟ ਕਰ ਦੇਣਾ। ਹਾਂਜੀ ਤੁਸੀਂ ਰਿਕਾਰਡਿੰਗ ਸ਼ੁਰੂ ਕਰ ਲਿਓ ਬਸ। ਹਾਂਜੀ ਕਰ ਲਈ ਜੀ, ਕਰ ਲਈ। ਹਾਂਜੀ ਰਿਕਾਰਡਿੰਗ ਕਰ ਲਈ ਸ਼ੁਰੂ। ਹਾਂਜੀ ਬੋਲੋ, ਸ਼ੁਰੂ ਕਰ ਦਿਓ। ਹਾਂਜੀ ਹਾਂਜੀ ਵੀਰ ਜੀ, ਹਾਂਜੀ ਇੱਕ ਮਿੰਟ ਬਸ ਮੈਂ ਕੱਢ ਲਾਂ, ਮੈਂ ਸ਼ਬਦ ਕੱਢ ਲਾਂ। ਹਾਂਜੀ, ਸ਼ਲੋਕ ਮਹਲਾ ਪੰਜਵਾਂ। ਜਾਂ ਤੂੰ ਤੁਸੈ ਮਿਹਰਬਾਨ, ਅਚਿੰਤ ਵਸੈ ਮਨ ਮਾਹੀ। ਉਹ ਕਹਿੰਦੇ ਪ੍ਰਮਾਤਮਾ ਤੇਰੀ ਮਿਹਰ ਜੇ ਹੋ ਗਈ, ਜੇ ਤੂੰ ਤੁਸ ਗਿਆ, ਤੇਰੀ ਜੇ ਮਿਹਰ ਹੋ ਗਈ ਤਾਂ ਅਚਿੰਤੇ ਵਸ ਜਾਣਾ ਤੂੰ ਆ ਕੇ ਮਨ ਦੇ ਅੰਦਰ। ਉਹ ਜਾਂ ਤੂੰ ਤੁਸੈ ਮਿਹਰਬਾਨ ਨੌ ਨਿਧ ਘਰ ਮੈਂ ਪਾਏ। ਉਹ ਸਾਰਾ ਕੁਛ ਘਰ ਦੇ ਅੰਦਰ ਹੀ, ਇਸ ਹਿਰਦੇ ਘਰ ਦੇ ਅੰਦਰ ਹੀ ਸਾਰਾ ਕੁਛ ਹੋ ਗਿਆ। ਉਹ ਤੁਸਣਾ ਉਹਨੇ ਕਦੋਂ ਹੈ? ਜਦੋਂ ਅਸੀਂ ਨਿਰਵਿਚਾਰ ਹੋ ਕੇ ਉਹਦੀ ਭਗਤੀ ਕਰਾਂਗੇ, ਉੱਥੇ ਬੈਠਾਂਗੇ ਜਾ ਕੇ। ਉਹ ਜਿੱਥੇ ਬਿਲਕੁਲ ਸੁੰਨ ਹੈ, ਉੱਥੇ ਉਹ ਤੁਸ ਜਾਂਦਾ। ਉਹ ਇਹੀ ਤਾਂ ਚਾਹੁੰਦਾ ਮਾਲਕ, ਕਿ ਵੀ ਤੂੰ ਬੈਠ ਬਸ, ਤੂੰ ਨਿਰਵਿਚਾਰ ਹੋ, ਤੇ ਉਹ ਤੁਸਣ ਨੂੰ ਤਾਂ ਤਿਆਰ ਹੀ ਆ। ਤਾਂ ਅੱਗੇ ਕਹਿੰਦੇ ਜਾਂ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ। ਗੁਰੂ ਦਾ ਮੰਤਰ ਕੀ ਹੈ? ਗੁਰੂ ਦਾ ਸ਼ਬਦ। ਉਹ ਜਦੋਂ ਗੁਰੂ ਦਾ ਉਪਦੇਸ਼, ਗੁਰੂ ਕੀ ਕਹਿ ਰਿਹਾ ਕਰਨ ਨੂੰ, ਉਹ ਸਾਨੂੰ ਕੁਛ ਕਰਨ ਵਾਸਤੇ ਕਹਿ ਰਿਹਾ ਗੁਰੂ। ਤੇ ਜਾਂ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ। ਤਾਂ ਉਹ ਉਹ ਵੀ ਉਹਦੀ ਬਖਸ਼ਿਸ਼ ਨਾਲ, ਉਹਦੇ ਗੁਰ ਪ੍ਰਸਾਦ ਨਾਲ, ਕਿ ਵੀ ਉਹ ਸਾਨੂੰ ਐਸੇ ਪ੍ਰਮਾਤਮਾ ਜੋ ਹੈ ਉਹ ਗੁਰਮੁਖਾਂ ਦੀ ਸੰਗਤ ਬਖਸ਼ੂਗਾ ਕਿ ਜਿਹਦੇ ਨਾਲ ਉਹ ਜਿਹੜਾ ਸ਼ਬਦ ਦੀ ਕਮਾਈ ਹੋਣੀ ਸ਼ੁਰੂ ਹੋ ਜਾਣੀ ਹੈ। ਸ਼ਬਦ ਦੀ ਕਮਾਈ ਉਹੀ ਹੈ ਕਿ ਵੀ ਉਹ ਧਿਆਨ ਦੇ ਵਿੱਚ ਸੁਣਨ ਚ ਬੈਠਣਾ, ਨਿਰਵਿਚਾਰ ਹੋ ਕੇ ਬੈਠਣਾ। ਤੇ ਅਗਲੇ ਕਹਿੰਦੇ ਜੀ ਜਾਂ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਹੇ। ਤਾਂ ਕਹਿੰਦੇ ਫਿਰ ਉਹ ਸੱਚ ਦੇ ਵਿੱਚ ਸਮਾਉਣਾ ਹੋ ਜਾਊਗਾ। ਹੋਣਾ ਉਹ ਵੀ ਤੇਰੇ ਤੁਸਣ ਨਾਲ ਹੀ ਹੈ, ਤੇਰੀ ਮਿਹਰ ਦੇ ਸਦਕਾ ਹੀ ਹੋਣਾ ਉਹ। ਤੇ ਸਾਨੂੰ ਜੋ ਬਸ ਹੁਕਮ ਹੈ, ਉਹ ਕਹਿੰਦੇ ਬਸ ਤੂੰ ਬਸ ਭਗਤੀ ਕਰੋ ਉਸ ਪ੍ਰਮਾਤਮਾ ਦੀ, ਉਹਦੇ ਦਰ ਤੇ ਬੈਠੋ। ਜੀ ਵੀਰ ਜੀ। ਹਾਂਜੀ ਬਹੁਤ ਵਧੀਆ ਜੀ। ਸਾਧ ਸੰਗਤ ਜੀ, ਕੱਲ ਆਪਾਂ ਵਿਚਾਰ ਕੀਤੀ ਸੀ ਜਿਹੜੀ, ਉਹਦੇ ਵਿੱਚ ਕਾਫੀ ਗਿਆਨ ਮਿਲਿਆ, ਸੇਧ ਮਿਲੀ ਕਿ ਜਿਹੜਾ ਭਵ ਜਲ ਆ ਇੱਥੋਂ ਆਪਾਂ ਕਿਵੇਂ ਤਰਨਾ ਹੈ। ਕਿਉਂਕਿ ਜਿਹੜਾ ਕੂੜ ਆ ਉਹ ਬਹੁਤ ਪਾਵਰਫੁਲ ਹੈ। ਤੇ ਮਾਈਕ ਇਹਦਾ ਔਨ ਹੋ ਗਿਆ। ਹਾਂ ਹੁਣ ਬੰਦ ਕੀਤਾ ਉਹਨਾਂ ਨੇ। ਤੁਸੀਂ ਆਪਣਾ ਕੈਮਰੇ ਬੰਦ ਕਰੋ। ਥੈਂਕ ਯੂ। ਹੁਣ ਇੱਥੇ ਇੱਕ ਚੀਜ਼ ਸਮਝੀਏ ਆਪਾਂ ਕਿ ਦੇਖੋ ਗੁਰਬਾਣੀ ਹੈ, ਇਹਦੇ ਵਿੱਚ ਬ੍ਰਹਮ ਗਿਆਨੀ ਐਕਚੁਅਲੀ ਸਾਨੂੰ ਇਹ ਸਮਝਾ ਕੇ ਗਏ ਨੇ ਕਿ ਇਸ ਮਾਇਆਵੀ ਜੋ ਸੰਸਾਰ ਹੈ, ਜੋ ਪ੍ਰਪੰਚ ਹੈ, ਜੋ ਸੱਚ ਨਹੀਂ ਬਿਨਸ ਜਾਏਗਾ। ਕਹਿਣ ਤੋਂ ਭਾਵ ਹੈ ਕਿ ਇੱਕ ਦਿਨ ਬਿਨਸ ਕੇ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਤੇ ਇਹਦੇ ਮਗਰ ਇੱਕ ਸ਼ਕਤੀ ਹੈ, ਬਹੁਤ ਪਾਵਰਫੁਲ ਸ਼ਕਤੀ ਹੈ, ਜਿਸ ਨੇ ਬੜਾ ਟੈਕਨੀਕਲ ਤਰੀਕੇ ਨਾਲ, ਬੜੇ ਸਫਾਈ ਦੇ ਨਾਲ ਇਸ ਸੰਸਾਰ ਦੀ ਰਚਨਾ ਕੀਤੀ ਹੈ। ਉਹ ਇੰਨੀ ਕੁ ਪਾਵਰਫੁਲ ਸ਼ਕਤੀ ਹੈ, ਉਹ ਜੋ ਵੀ ਬਣਾਉਂਦਾ ਹੈ ਉਹਦੇ ਵਿੱਚ ਮਿਸਟੇਕ ਨਹੀਂ ਹੈਗੀ। ਤੁਸੀਂ ਮੈਨੂੰ ਕਹਿ ਦਿਓ ਕਿ ਚਰਨਜੀਤ ਕੁਝ ਲਿਖ, ਮੈਂ ਆਪਣੇ ਲਿਖੇ ਨੂੰ ਘੱਟੋ ਘੱਟ 1000 ਵਾਰੀ ਕਰੈਕਟ ਕਰ ਸਕਦਾ, ਤੇ ਫਿਰ ਵੀ ਮੈਨੂੰ ਇੰਨਾ ਯਕੀਨ ਆ ਕਿ ਉਹ ਕਰੈਕਟ ਨਹੀਂ ਲਿਖਿਆ ਗਿਆ ਹੋਵੇਗਾ। ਪਰ ਪ੍ਰਮਾਤਮਾ ਜਦੋਂ ਕੋਈ ਚੀਜ਼ ਬਣਾਉਂਦਾ ਹੈ, ਐਂਡ ਆ, ਉਸ ਤੋਂ ਅੱਗੇ ਆਪਾਂ ਜਾ ਨਹੀਂ ਸਕਦੇ। ਠੀਕ ਹੈ, ਕੁਝ ਚੀਜ਼ਾਂ ਸਾਨੂੰ ਬਣਾਉਣ ਵਾਸਤੇ ਦਿੱਤੀਆਂ ਨੇ, ਉਹ ਇਸ ਲਈ ਕਿ ਵਾਹ ਬੱਚੇ ਖੁਸ਼ ਰਹਿਣ, ਵਾਹ ਲੋਕ ਲੱਗੇ ਰਹਿਣ, ਜਿਹਨੂੰ ਤੁਸੀਂ ਹਾਈਬ੍ਰਿਡ ਕਹਿ ਦਿੰਦੇ ਜੋ। ਇਹ ਟੈਕਨੀਕ ਸਾਰੀਆਂ ਨੇਚਰ ਵੱਲੋਂ, ਨੇਚਰ ਨੇ ਸਾਨੂੰ ਪ੍ਰੋਵਾਈਡ ਕਰਾਈਆਂ ਨੇ। ਇਹ ਹੱਡੀਆਂ ਜੋੜਨੀਆਂ, ਅੱਖਾਂ ਦੇ ਆਪਰੇਸ਼ਨ, ਇਹ ਨਹੀਂ ਕਿ ਪ੍ਰਮਾਤਮਾ ਵੱਲੋਂ ਕੋਈ ਕਮੀ ਜਾਂ ਕਸਰ ਹੈ, ਉਹ ਜਸਟ ਲੋਕਾਂ ਨੂੰ ਬਿਜ਼ੀ ਕੀਤਾ, ਲੱਗੇ ਰਹੋ। ਸੋ ਇੱਥੇ ਇਹ ਚੀਜ਼ ਸਮਝੀਏ ਕਿ ਬ੍ਰਹਮ ਗਿਆਨੀ ਸਾਨੂੰ ਇਹ ਕਹਿੰਦੇ ਨੇ ਕਿ ਬਈ ਭਵ ਸਾਗਰ ਤੋਂ ਕਿਵੇਂ ਪਾਰ ਲੰਘਣਾ ਹੈ, ਇਹ ਇੰਪੋਰਟੈਂਟ ਚੀਜ਼ ਹੈ। ਕਿਉਂਕਿ ਜਿੰਨਾ ਚਿਰ ਤੱਕ ਤੁਹਾਨੂੰ ਦੁਸ਼ਮਣ ਦਾ ਨਹੀਂ ਪਤਾ, ਤੁਸੀਂ ਕਿੱਦਾਂ ਲੜੋਗੇ। ਉਹ ਕਹਿੰਦੇ ਨੇ ਕਿ ਇਹ ਜਿਹੜੀ ਮਾਇਆ ਹੈ, ਇਹ ਅਦ੍ਰਿਸ਼ ਸ਼ਕਤੀ ਹੈ। ਇਹ ਜੋ ਵੀ ਤੈਨੂੰ ਦਿਖਦਾ ਹੈ, ਇਹ ਸਭ ਮਾਇਆ ਹੈ।
ਮਾਇਆ ਮਤਲਬ ਯਥਾਰਕ ਸੱਚ ਨਹੀਂ। ਕੱਲ ਨੂੰ ਆਉਣ ਵਾਲੇ ਸਮੇਂ 'ਚ ਨੇ ਬਿਨਸ ਜਾਣਾ ਔਰ ਪ੍ਰਤੀਸ਼ਨ ਰੂਪ ਚੇਂਜ ਹੋ ਰਿਹਾ। ਹੁਣ ਮੈਂ ਕਈ ਵਾਰੀ ਦੇਖਣ ਦੇ ਅਸੀਂ ਇੱਥੇ ਕਈ ਵਾਰੀ ਲੰਘਦਾ ਤੇ ਮੁਹੱਲੇ ਦੇ ਵਿੱਚ ਪੁਰਾਣੇ ਮੁਹੱਲੇ 'ਚ ਜਦੋਂ ਕਲੀਨਿਕ ਨੂੰ ਜਾਂਦਾ ਤਾਂ ਉੱਥੇ ਮਕਾਨ ਮੈਂ ਵੇਖੇ ਬੜੇ ਪੁਰਾਣੇ ਮਕਾਨ ਨੇ ਤੇ ਉਹ ਵਿਚਾਰੇ ਅੱਧੇ ਘਟਾ ਕੇ ਨਵੇਂ ਬਣਾਉਂਦੇ ਨੇ। ਕੋਈ ਨਵਾਂ ਫੈਸ਼ਨ ਆ ਜਾਂਦਾ ਹੈ। ਕੁਦਰਤ ਨੇ ਇੱਕ ਲਾਈਫ ਨਿਰਧਾਰਿਤ ਕੀਤੀ ਹੈ ਕਿ ਆਪਾਂ ਕੋਈ ਚੀਜ਼ ਬਣਾਉਂਦੇ ਆ ਨਾ, ਕੁਦਰਤ ਕਹਿੰਦੀ ਹੈ ਕਿ ਜੇ ਤੂੰ ਕੈਰੀ ਔਨ ਕਰੀ ਜਾ ਕਿ ਮਕਾਨ ਬਣਾ ਲਾ 70-80 ਸਾਲ ਇਹਦੀ ਬੁਨਿਆਦ ਹੋਊ, 50 ਸਾਲ ਅਬਾਊਟ ਇੰਨੀ ਕੁ ਹੋਊ, ਵੱਧ ਵੀ ਲਾ ਲਓ ਪਰ ਤੈਨੂੰ ਲਗਾਤਾਰ ਇੱਥੇ ਬਿਜੀ ਰੱਖਣਾ ਹੈ। ਕਿਤੇ ਟੈਲਾਂ ਲਾ ਲਾ, ਕਿਤੇ ਪੇਂਟ ਕਰਾ ਲਾ। ਤੋ ਏਦਾਂ ਦਾ ਅਰੇਂਜਮੈਂਟ ਕੀਤਾ ਹੋਇਆ ਪ੍ਰਕਿਰਤੀ ਵੱਲੋਂ ਕਿ ਬਿਜੀ ਰੱਖੇ ਇਨਸਾਨ ਨੂੰ। ਸੜਕਾਂ ਵੇਖੋ ਟੁੱਟ ਜਾਂਦੀਆਂ, ਫਿਰ ਬਣਾਓ, ਫਿਰ ਟੁੱਟ ਜਾਂਦੀਆਂ ਤੇ ਦੁਨੀਆ ਲੱਗੀ ਹੋਈ ਹੈ। ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਮਾਇਆ ਹੈ, ਮਾਇਆ ਤੋਂ ਕਿਵੇਂ ਬਚਣਾ ਹੈ, ਇਹਦਾ ਸਾਹਮਣਾ ਕਿਵੇਂ ਕਰਨਾ ਹੈ। ਫਿਰ ਉਹ ਦੱਸਦੇ ਨੇ ਬਾਰ-ਬਾਰ ਕਹਿੰਦੇ ਕਿ ਗੁਰਮੁਖਾਂ ਦੀ ਸੰਗਤ ਕਰਨੀ ਬੜੀ ਜ਼ਰੂਰੀ ਹੈ ਕਿਉਂਕਿ ਸੰਗਤ ਬਹੁਤ ਇੰਪੋਰਟੈਂਟ ਹੈ। ਆਤਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਥੋੜੇ ਸਮੇਂ ਲਈ ਜੇਕਰ ਤੁਹਾਡੀ ਇਹ ਅਵਸਥਾ ਨਹੀਂ ਨਾ ਬਣੀ, ਦੇਖੋ ਜਦੋਂ ਅਵਸਥਾ ਬਣ ਗਈ ਤੇ ਫਿਰ ਤੇ ਦੁਨੀਆ ਦੀ ਸਾਰੀ ਸ਼ਕਤੀ ਇੱਕ ਸਾਈਡ ਤੇ ਲੱਗ ਜੇ ਤੇ ਤੁਸੀਂ ਇਕੱਲੇ ਖਲੋ ਜਾਓਗੇ। ਤੁਹਾਡੇ ਅੰਦਰ ਗਤੀ ਨਹੀਂ ਪੈਦਾ ਕੀਤੀ ਜਾ ਸਕਦੀ। ਕਰੋੜਾਂ ਰੁਪਏ ਕੀ ਸਾਰੇ ਸੰਸਾਰ ਦਾ ਪੈਸਾ ਤੁਹਾਡੇ ਗੜੀ ਸੁੱਟ ਦਿੱਤਾ ਜਾਵੇ ਨਾ ਕਿ ਤੁਸੀਂ ਲਓਗੇ ਨਹੀਂ। ਆਪ ਪਲੀਜ਼ ਆਪ ਅੰਡਰਸਟੈਂਡ ਕਰੋ ਮੈਂ ਕਿਸ ਅਵਸਥਾ ਦੀ ਗੱਲ ਕਰਦਾ। ਤੁਸੀਂ ਪੱਲੋਂ ਦੇ ਦੋਗੇ ਪਰ ਤੁਸੀਂ ਉਹ ਲੈ ਨਹੀਂ ਸਕਦੇ। ਕਿਉਂ ਨਹੀਂ ਲੈ ਸਕਦੇ? ਇਹ ਤਾਂ ਰੱਬ ਹੀ ਜਾਣਦਾ ਹੈ ਤੇ ਤੁਹਾਡੇ ਅੰਦਰ, ਕਿਉਂਕਿ ਤੁਸੀਂ ਬੂੰਦ ਨਹੀਂ ਰਹਿ ਗਏ, ਤੁਸੀਂ ਸਾਗਰ ਹੋ ਗਏ ਹੋ। ਤੁਹਾਡੇ ਅੰਦਰ ਪਰਮਾਤਮਾ ਜਾਗਰਤ ਰੂਪ ਚ ਪ੍ਰਗਟ ਹੋ ਚੁੱਕਿਆ ਹੈ। ਉਹਨੂੰ ਨਹੀਂ ਚਾਹੀਦਾ ਹੈ ਕੁਛ। ਔਰ ਜਦੋਂ ਉਹਦੇ ਨਾਲ ਮਿਲਣ ਹੁੰਦਾ ਹੈ ਤੇ ਸਾਰੀ ਭੁੱਖ ਨਿਕਲ ਜਾਂਦੀ ਹੈ। ਇਹ ਭੁੱਖ ਓਦਾਂ ਤੁਹਾਡੀ ਨਿਕਲ ਨਹੀਂ ਸਕਦੀ। ਇਹ ਚੀਜ਼ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਆਤਮਾ ਨੂੰ ਅੰਦਰ ਪ੍ਰਗਟ ਕਰਨਾ ਪੈਣਾ ਹੈ। ਇੱਕ ਛੋਟੀ ਜਿਹੀ ਗੱਲ ਹੈ, ਇਕੱਲੀ ਆਤਮਾ ਹੈ, ਉਹਨੂੰ ਪ੍ਰਗਟ ਕਰ ਦਿਓ ਤੇ ਭਵ ਸਾਗਰ ਤੋਂ ਬਾਹਰ ਹੋ ਜਾਓ। ਕਿਉਂਕਿ ਆਤਮਾ ਦੇ ਵਿੱਚ ਬਹੁਤ ਪਾਵਰ ਹੈ, ਬਹੁਤ ਬੋਲੇ ਤੇ ਬਹੁਤ। ਉੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਆਪਾਂ ਜੇ ਸੋਚੀਏ ਨਾ ਬੁੱਧੀ ਦੇ ਨਾਲ ਇੰਜ ਕਰਕੇ ਨਿਕਲ ਜਾਈਏ, ਉਹ ਜਸਟ ਇੱਕ ਤੁਹਾਡੇ ਮਨ ਦਾ ਭਰਮ ਹੈ, ਸੱਚ ਨਹੀਂ ਹੈਗਾ। ਇੱਥੇ ਦੇਖੋ ਸੰਗਤ ਬੜੀ ਜ਼ਿੰਮੇਵਾਰ ਹੈ। ਸੋ ਪਹਿਲੀ ਗੱਲ ਮੈਂ ਕੀਤੀ ਹੈ ਕਿ ਬ੍ਰਹਮ ਗਿਆਨੀ ਸਾਨੂੰ ਇਹ ਦੱਸਦੇ ਨੇ ਕਿ ਸੰਸਾਰ ਦੇ ਸਾਹਮਣਾ ਕਿੱਦਾਂ ਕਰਨਾ ਹੈ। ਫਿਰ ਉਸ ਤੋਂ ਬਾਅਦ ਕਹਿੰਦੇ ਆ ਸੰਗਤ ਬੜੀ ਇੰਪੋਰਟੈਂਟ ਹੈ। ਸੰਗਤ ਵੀ ਤਗੜੇ ਮਨੁੱਖਾਂ ਦੀ ਚਾਹੀਦੀ, ਮਾੜੀ ਮੋਟੀ ਸੰਗਤ ਨਹੀਂ। ਗੁਰਮੁਖਾਂ ਦੀ ਸੰਗਤ ਚਾਹੀਦੀ ਹੈ ਜਿਹੜੇ ਇਸ ਦਿਸ਼ਾ ਦੇ ਵੱਲ ਚੱਲ ਰਹੇ। ਕੋਈ ਬ੍ਰਹਮ ਗਿਆਨੀ ਦੀ ਨਹੀਂ ਗੱਲ ਕਰਦਾ। ਇੱਕ ਆਮ ਬੰਦੇ, ਕੋਈ ਵੀ ਬੰਦਾ ਹੋ ਸਕਦਾ, ਸਾਈਕਲ ਚਲਾਉਣ ਵਾਲਾ, ਮਜ਼ਦੂਰੀ ਕਰਨ ਵਾਲਾ ਬ੍ਰਹਮ ਗਿਆਨੀ ਹੋ ਸਕਦਾ ਹੈ। ਹੋ ਸਕਦਾ ਤੁਹਾਡੇ ਘਰ 'ਚ ਹੀ ਹੋਵੇ, ਤੁਹਾਨੂੰ ਪਤਾ ਹੀ ਨਾ ਹੋਵੇ। ਏਦਾਂ ਦੇ ਮਨੁੱਖਾਂ ਦੀ ਸੰਗਤ ਕਰਨੀ ਜਿਨ੍ਹਾਂ ਦੇ ਲਈ ਪੈਸਾ ਕੁਛ ਵੀ ਨਹੀਂ, ਕੋਈ ਪਕੜ ਨਹੀਂ ਹੈਗੀ ਉਹਨਾਂ ਦੇ ਅੰਦਰ। ਪੈਸੇ ਹੋਣ ਜਾਂ ਨਾ ਹੋਣ ਉਹਨਾਂ ਦੇ ਜੀਵਨ 'ਚ ਕੋਈ ਫਰਕ ਨਹੀਂ ਪੈਂਦਾ। ਉਹ ਜਸਟ ਪੰਛੀਆਂ ਦੇ ਵਾਂਗੂ ਜੀਵਨ ਬਤੀਤ ਕਰਦੇ ਨੇ। ਪੰਛੀਆਂ ਦੇ ਕੋਲ ਕੁਛ ਨਹੀਂ ਹੈਗਾ। ਉਹ ਸਵੇਰੇ ਉੱਡ ਪੈਂਦੇ ਨੇ, ਉਹਨਾਂ ਨੂੰ ਪਤਾ ਹੈ ਬਸ ਰਿਜ਼ਕ ਮਿਲ ਜਾਣਾ। ਇਸੇ ਤਰ੍ਹਾਂ ਇਹ ਲੋਕ ਵੀ ਏਦਾਂ ਦੇ ਬੈਠੇ ਹੁੰਦੇ ਨੇ, ਬੜੇ ਬੇਫਿਕਰੇ ਜਿਹੇ ਲੋਕ ਹੁੰਦੇ ਨੇ। ਕਬੀਰ ਸਾਹਿਬ ਵਾਂਗੂ ਪਰਵਾਹ ਨਹੀਂ ਹੈ। ਕਿਹੜੇ ਜ਼ਮਾਨੇ 'ਚ ਗੁਰੂ ਨਾਨਕ ਪਾਤਸ਼ਾਹ ਨੇ ਲੰਗਰ ਲਾਤਾ ਸੀ। ਆਪ ਜਸਟ ਸੋਚੋ ਕਿ ਇਹਨਾਂ ਦੀ ਅਵਸਥਾ ਕਿੱਦਾਂ ਦੀ ਹੈ। ਕਾਫੀ ਵੱਡੀ ਗੱਲ ਹੈ। ਫਿਰ ਵੇਖੋ ਗੁਰੂ ਗੋਬਿੰਦ ਸਿੰਘ ਜੀ ਆਏ ਤੇ ਸਰਬੰਸ ਵਾਰਤਾ, ਬੱਚੇ ਬੁੱਚੇ, ਮਾਂ ਬਾਪ, ਚਲੋ ਜੀ ਜਾਣ ਦੋ ਸਾਰਾ ਕੁਛ। ਇਹ ਗਿਆ ਤੇਰਾ ਤੁਝ ਕੋਈ ਸੌਂਪ ਦਿਓ ਤੇ ਕਿਆ ਲਾਗੇ ਮੇਰਾ। ਐਵੇਂ ਗੱਲਾਂ ਹੀ ਨਹੀਂ ਹੋਈਆਂ, ਕਰਕੇ ਦਿਖਾਇਆ, ਰੋਲ ਮਾਡਲਿੰਗ। ਫਿਰ ਅਗਲੇ ਬੰਨੇ ਦੇਖੋ ਸਾਨੂੰ ਸੰਗਤ ਦੇ ਵਿੱਚ ਕੀ ਸਮਝਾਉਂਦੇ ਨੇ। ਉਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਤੇ ਤੇਰਾ ਚਿੱਤ ਸ਼ਾਂਤ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਜਿੰਨਾ ਚਿਰ ਤੱਕ ਚਿੱਤ ਦੇ ਵਿੱਚ ਫਾਲਤੂ ਦੀਆਂ ਚੀਜ਼ਾਂ ਜਿਹੜੀਆਂ ਨਾ ਪਣਪਦੀਆਂ ਨੇ, ਪ੍ਰਗਟ ਹੁੰਦੀਆਂ ਨੇ, ਮਨ ਨੇ ਆਟੋਮੈਟਿਕ ਹੀ ਉੱਧਰ ਜਾਣਾ ਜੇ। ਮਨ ਦਾ ਕੋਈ ਕਸੂਰ ਨਹੀਂ ਜੇ, ਕਸੂਰ ਸਾਰਾ ਚਿੱਤ ਦਾ ਜੇ। ਸ਼ੀਸ਼ੇ ਦੇ ਵਿੱਚ ਕੁਝ ਆਊਗਾ ਤੇ ਤਾਂ ਹੀ ਤੇ ਤੁਸੀਂ ਦੇਖੋਗੇ ਨਾ। ਤੁਸੀਂ ਕੀ ਜੋ, ਤੁਸੀਂ ਦੇਖਣ ਵਾਲੀ ਚੇਤਨਾ ਜੋ। ਚਿੱਤ ਦੇ ਵਿੱਚ ਕੋਈ ਡਿਸਪਲੇ ਹੁੰਦੀ ਤਾਂ ਹੀ ਉਹ ਤੇ ਸਾਨੂੰ ਚੀਜ਼ ਲੱਭਦੀ ਹੈ। ਫਿਰ ਆਪਾਂ ਕੀ ਕਰਦੇ ਹਾਂ, ਮੈਂ ਹੋਰ ਸੌਖਾ ਕਰਾਂ ਤੁਹਾਨੂੰ ਕਿ ਤੁਸੀਂ ਕੀ ਕਰਦੇ ਜੋ, ਚਿੱਤ ਕੀ ਹੈ, ਵਿਚਾਰ ਕੀ ਹੈ, ਕਰਦੇ ਕੀ ਆਪਾਂ। ਮੰਨ ਲਓ ਤੁਸੀਂ ਰੋਟੀ ਬਣਾ ਰਹੇ, ਮੈਂ ਲੇਡੀਜ਼ ਦੀ ਗੱਲ ਕਰਦਾ। ਤੁਸੀਂ ਰੋਟੀ ਬਣਾਉਣੀ ਆ ਜਾਂ ਕੁਛ ਸਬਜ਼ੀ ਕੱਟਣੀ ਆ। ਹੁਣ ਤੁਸੀਂ ਸਬਜ਼ੀ ਕੱਟ ਰਹੇ ਜੋ, ਮਿਡਲ ਆਫ ਦਾ ਕੰਮ ਦੇ ਵਿੱਚ ਤੁਹਾਡੇ ਚਿੱਤ 'ਚ ਕੋਈ ਵਿਚਾਰ ਆ ਗਿਆ। ਹੁਣ ਉਹ ਜਿਹੜਾ ਵਿਚਾਰ ਆਇਆ ਚਿੱਤ ਦੇ ਵਿੱਚ ਪ੍ਰਗਟ ਹੋ ਗਿਆ, ਜਿੱਦਾਂ ਤਰੰਗ ਪੈਦਾ ਹੁੰਦੀ ਹੈ, ਉਹਨੇ ਤੁਹਾਡੇ ਮਨ ਨੂੰ ਖਿੱਚ ਲੈਣਾ, ਤੁਹਾਡਾ ਧਿਆਨ ਵੀ ਉੱਥੇ ਚੱਲ ਜਾਣਾ। ਹੁਣ ਉਹਨੇ ਡਰਿਵਨ ਕਰਨਾ ਹੈ ਤੁਹਾਨੂੰ, ਖਿੱਚੀ ਜਾਣਾ, ਖਿੱਚੀ ਜਾਣਾ, ਖਿੱਚੀ ਜਾਣਾ, ਪਤਾ ਨਹੀਂ ਕਿੱਥੇ ਲੈ ਜਾਣਾ।
ਹੋ ਸਕਦਾ ਤੁਸੀਂ ਕੰਮ ਛੱਡ ਕੇ ਬਹਿ ਜਾਓ, ਉੱਥੇ ਚਿੰਤਨ ਕਰਨ ਡੈ ਪਓ। ਉਹ ਮਿੱਠੂ ਰਾਮ ਦੇ ਅੰਡਿਆਂ ਵਾਲਾ ਕੰਮ ਪ੍ਰੋਜੈਕਟ ਪਤਾ ਨਹੀਂ ਕਿੱਡਾ ਵੱਡਾ ਤੁਸੀਂ ਬਣਾ ਲੈਣਾ, ਬਾਅਦ ਦੇ ਵਿੱਚ ਤੁਹਾਨੂੰ ਕੁਝ ਸਮੇਂ ਬਾਅਦ ਹੋਸ਼ ਆਉਣੀ, ਓਏ ਛੱਡ ਮਣਾ ਮੈਂ ਕਿੱਥੇ ਬੈਠਾ, ਉਹ ਆਪਾਂ ਤੇ ਉਹ ਕੰਮ ਕਰਨਾ ਸੀ। ਫਿਰ ਤੁਸੀਂ ਵਾਪਸ ਜਾਓਗੇ, ਫਿਰ ਉਹਦੇ 'ਚ ਤੁਹਾਡਾ ਟਾਈਮ ਖਰਾਬ ਹੋਊਗਾ। ਦੇਖੋ ਜਿਹੜਾ ਮਨ ਹੈ ਨਾ, ਮਨ ਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈਗੀ। ਮਨ ਕੀ ਹੈ ਕਿ ਮਨ ਹਜੇ ਨਾ ਚਿੱਤ ਦੇ ਵਿੱਚ ਵੜ ਗਿਆ, ਬਹੁਤ ਕਰੀਬ ਹੈ। ਤੁਸੀਂ ਵੇਖੋ, ਤੁਸੀਂ ਜਦੋਂ ਭਗਤੀ ਕਰਦੇ ਜੋ ਨਾ, ਤੁਹਾਨੂੰ ਛਣ ਦੇ ਵਿੱਚ ਵਿਚਾਰ ਲੈ ਲੈਂਦਾ। ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੇ ਤੇ ਵਿਚਾਰ ਦੇ ਵਿੱਚ ਗੈਪ ਆ। ਇਹ ਤੇ ਤੁਸੀਂ ਸਾਧਕ ਬਣੋਗੇ, ਭਗਤੀ ਕਰੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਹਾਂ ਉੱਥੇ ਤੇ ਕਾਫੀ ਜ਼ਿਆਦਾ ਗੈਪ ਆ। ਕੋਈ ਵੀ ਵਿਚਾਰ ਜਿਹੜਾ ਮੇਰੇ ਸਾਹਮਣੇ ਪ੍ਰਗਟ ਹੁੰਦਾ, ਜਿੱਦਾਂ ਸਕਰੀਨ ਨਹੀਂ ਹੁੰਦੀ, ਇੰਨਾ ਗੈਪ ਹੈਗਾ ਘੱਟੋ ਘੱਟ 10-12 ਫੁੱਟ ਦਾ, ਦੂਰ ਹੈ ਸਕਰੀਨ ਤੁਹਾਡੇ ਤੋਂ, ਟੀਵੀ ਦੀ ਸਕਰੀਨ। ਇਸੇ ਤਰ੍ਹਾਂ ਚਿੱਤ ਵੀ ਦੂਰ ਆ, ਪਰ ਇਹਦਾ ਗਿਆਨ ਤੁਹਾਨੂੰ ਉਦੋਂ ਹੋਣਾ ਹੈ ਜਦੋਂ ਤੁਸੀਂ ਭਗਤੀ ਕਰੋ। ਅਦਰਵਾਈਜ਼ ਬੜਾ ਮੁਸ਼ਕਿਲ ਕੰਮ ਹੈ, ਇਹ ਆਸਾਨ ਕੰਮ ਨੇ। ਫਿਰ ਉਸ ਤੋਂ ਬਾਅਦ ਦੇਖੋ, ਇੱਕ ਇਨਸਾਨ ਦੇ ਅੰਦਰ ਨਾ ਵੇਖੋ ਇੱਕ ਬੜੀ ਵੱਡੀ ਪ੍ਰੋਬਲਮ ਹੈ। ਇੱਕ ਤੇ ਜ਼ਿਆਦਾਤਰ ਲੋਕਾਂ ਨੂੰ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਕਿ ਧਰਮ ਹੈ, ਧਾਰਮਿਕ ਇਹ ਜੀਵਨ ਕੀ ਹੈ। ਜ਼ਿਆਦਾਤਰ ਮੈਂ ਇਹ ਕਹਿ ਸਕਦਾ ਕਿ ਜੋ ਮੇਰੀ ਨਜ਼ਰ 'ਚ ਦਿਖਦਾ ਹੀ ਹੈ ਮੈਨੂੰ, ਗੁਰਦੁਆਰੇ ਜਾਂਦਾ, ਮੰਦਿਰ ਜਾਂਦਾ, ਆਮ ਮੈਂ ਦੇਖਦਾ ਲੋਕਾਂ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕਿ ਧਰਮ ਕੀ ਹੈ। ਕਿਸੇ ਨੇ ਨਕਲੀ ਧਰਮ ਫੜਾ ਦਿੱਤਾ ਹੈ, ਉਹ ਬਸ ਉਹਨੂੰ ਹੀ ਲੈ ਕੇ ਉਹ ਧਰਮ ਸਮਝ ਲੈਂਦੇ ਨੇ। ਉਹ ਜਿੱਦਾਂ ਕਿਸੇ ਨੇ ਕਹਿ ਦਿੱਤਾ, ਫਿਰ ਉਹ ਤੁਰਿਆ ਜਾਂਦਾ, ਉਹਦੇ ਮਗਰ ਤੁਰਿਆ ਜਾਂਦਾ। ਪਰ ਗੁਰੂ ਜੀ ਇਹ ਸਮਝਾ ਕੇ ਕਿ ਇਤਬਾਜੋ ਨਾ ਕਿੰਗਰੀ ਬਾਜੇ, ਜੋਗੀ ਉਹ ਕਹਿੰਦੇ ਨੇ, ਜੋਗੀ ਨੂੰ ਕਹਿੰਦੇ ਕਿ ਜਿੱਦਾਂ ਤੂੰ ਕਿੰਗਰੀ ਵਜਾ ਰਿਹਾ, ਏਦਾਂ ਕਿੰਗਰੀ ਨਹੀਂ ਵੱਜਦੀ। ਤੂੰ ਬਾਹਰ ਕਿੰਗਰੀ ਫੜ ਕੇ ਬੈਠਾ, ਕਿੰਗਰੀ ਤੇਰੇ ਅੰਦਰ ਵੱਜਣੀ ਆ ਜਦੋਂ ਪ੍ਰਾਣ ਪ੍ਰਗਟ ਹੋਏ। ਏਦਾਂ ਤੁਕ ਹੈਗੀ ਆ, ਸ਼ਾਇਦ ਤੁਹਾਨੂੰ ਪਤਾ ਵਾ। ਚਲੋ ਉਹ ਟੌਪਿਕ ਆਪਾਂ ਬਾਹਰ ਨਹੀਂ ਜਾਣਾ। ਉਹ ਕਹਿੰਦੇ ਕਿ ਏਦਾਂ ਕਿੰਗਰੀ ਨਹੀਂ ਵੱਜਦੀ, ਏਦਾਂ ਨਹੀਂ ਕਿੰਗਰੀ ਵੱਜਦੀ ਜੋਗੀ, ਉਹ ਇੱਕ ਅਲੱਗ ਚੀਜ਼ ਹੈ, ਤੇਰੇ ਅੰਦਰ ਹੈ ਉਹ, ਔਰ ਕਿਵੇਂ ਤੂੰ ਹੀ ਉਹਨੂੰ ਵਜਾ ਸਕਦਾ। ਕਿੰਗਰੀ ਅਨੂਪ ਵਾਜੇ ਜੋਗਿਆ ਮਤਵਾਰੋ ਨਹੀਂ ਇਹਨੇ ਤੋਂ ਕਹਿੰਦਾ ਨਹੀਂ ਹੈਗੀ ਇਤਬਾਜ ਨਾ ਕਿੰਗਰੀ ਵਾਜੇ ਜੋਗੀ। ਗੁਰੂ ਜੀ ਕਹਿੰਦੇ ਨੇ ਉਹਨੂੰ, ਜੋਗੀ ਨੂੰ, ਕਿ ਬਈ ਉਹਨੂੰ ਸੰਬੋਧਿਤ ਕਰਦੇ ਕਿ ਏਦਾਂ ਕਿੰਗਰੀ ਨਹੀਂ ਵੱਜਦੀ, ਕਿਉਂਕਿ ਜੋਗੀਆਂ ਦੇ ਕੋਲ ਇੱਕ ਕਿੰਗਰੀ ਹੁੰਦੀ ਹੈ, ਉਹ ਵਜਾਉਂਦੇ ਆ ਨਕਲੀ ਕਿੰਗਰੀ। ਹੋ ਸਕਦਾ ਜੋਗ ਮੱਧ 'ਚ ਕੋਈ ਹੋਏ ਬ੍ਰਹਮ ਗਿਆਨੀ ਜਿਹਨੇ ਇਹ ਚੀਜ਼ ਦੀ ਭਾਲ ਕੀਤੀ ਹੋਵੇ, ਬਾਅਦ ਦੇ ਵਿੱਚ ਹੌਲੀ ਹੌਲੀ ਫਿਰ ਜਿੱਦਾਂ ਆਪਣੇ ਧਰਮ 'ਚ ਕਰਮਕਾਂਡ ਜ਼ਿਆਦਾ ਪਾਵਰਫੁਲ ਹੋ ਗਿਆ, ਫਿਰ ਇੱਕ ਸਮਾਂ ਆ ਗਿਆ ਉਹ ਕਿੰਗਰੀ ਤੇ ਲੱਭੀ ਨਾ, ਤੇ ਉਹਨਾਂ ਨੇ ਸੋਚਿਆ ਚਲੋ ਇੱਥੇ ਨਕਲੀ ਕੋਈ ਸੰਦ ਬਣਾ ਲਿਆ, ਮਿਊਜ਼ਿਕ ਬਣਾ ਲਿਆ, ਤੇ ਉਹਦਾ ਕਿੰਗਰੀ ਵਜਾਉਣੀ ਸ਼ੁਰੂ ਕਰ। ਹੁਣ ਦੇਖੋ ਇਹ ਚੀਜ਼ ਨੂੰ, ਇੱਕ ਚੀਜ਼ ਆਪ ਦੇਖੋ, ਸਭ ਤੋਂ ਵੱਡੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਚੀਜ਼ ਸਾਨੂੰ ਦੱਸੀ ਸੀ ਨਾ, ਉਹ ਬੜੀ ਵੱਡੀ ਗੱਲ ਸੀ। ਕਾਫੀ ਜ਼ਿਆਦਾ ਮਿਸਟੇਕ ਉੱਥੇ ਹੀ ਹੋ ਗਈ। ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਥੋੜਾ ਜਿਹਾ ਪਰੇ ਅੱਗੇ ਕਰ ਲਓ ਨਾ, ਤੇ ਸਾਰਾ ਸਿੱਖ ਧਰਮ ਜਿਹੜਾ ਨਾ, ਫਾਊਂਡੇਸ਼ਨ ਜਿਹੜੀ ਆ, ਆਪਾਂ ਪਤਾ ਨਹੀਂ ਕਿੱਧਰ ਚੱਲ ਗਏ ਆ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਗੱਲ ਕੀਤੀ ਸੀ ਕਿ ਤੂੰ ਜਿਹੜਾ ਨਾ ਸਵਾਰਥੀ ਨਾ ਬਣ। ਨਾਰਮਲੀ ਕੀ ਹੁੰਦਾ ਕਿ ਜਦੋਂ ਬੱਚਾ ਛੋਟਾ ਹੁੰਦਾ ਨਾ, ਤੇ ਉਹਦੇ ਅੰਦਰ ਸਵਾਰਥ ਦੀ ਭਾਵਨਾ ਉਦੋਂ ਆਉਂਦੀ ਹੈ ਕਿ ਜਦੋਂ ਮਾਂ ਦਾ ਦੁੱਧ ਪੀਂਦਾ, ਉਹ ਕਬਜ਼ਾ ਕਰਦਾ ਇਹ ਮਾਂ ਮੇਰੀ ਹੈ। ਇੱਥੋਂ ਤੱਕ ਕਿ ਉਹਦਾ ਹਸਬੈਂਡ ਵੀ, ਉਹਦਾ ਪਿਓ ਵੀ ਉਹਦੀ ਮਾਂ ਦੇ ਲਾਗੇ ਜਾਂਦਾ ਹੈ ਨਾ, ਤਾਂ ਕਿਸੇ ਨਜ਼ਰ 'ਚ ਉਹ ਉਹਨੂੰ ਥੋੜਾ ਦੂਰ ਤੱਕਦਾ ਹੈ। ਮੈਂ ਵੀ ਛੋਟਾ ਸਾਂ, ਮੈਂ ਵੀ ਇਸ ਚੀਜ਼ 'ਚ ਲੰਘਿਆ, ਤੁਸੀਂ ਸਾਰੇ ਇੱਥੋਂ ਲੰਘੇ ਜੋ। ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਆ ਕਿ ਸਾਡੇ ਅੰਦਰ ਥੋੜਾ ਜਿਹਾ ਨਾ ਸਵਾਰਥ ਹੁੰਦਾ ਹੈ, ਬੜਾ ਇਹ ਕੁਦਰਤੀ ਸਾਡੇ ਅੰਦਰ ਇੱਕ ਔਗਣ ਹੈ। ਅਸੀਂ ਸਵਾਰਥੀ ਹੁੰਦੇ ਹਾਂ, ਕੇਵਲ ਆਪਣੇ ਸੈਲਫ ਦੇ ਬਾਰੇ ਸੋਚਦੇ ਹਾਂ, ਜਾਂ ਇੰਨਾ ਸੋਚਦੇ ਹਾਂ ਕਿ ਜੋ ਸਾਡੇ ਆਲੇ ਦੁਆਲੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬੜਾ ਚੰਗਾ ਗਿਆਨ ਦਿੱਤਾ ਸੀ ਕਿ ਉਹ ਕਹਿੰਦੇ ਸੀ ਕਿ ਤੂੰ ਜ਼ਰੂਰੀ ਨਹੀਂ ਕਿ ਇਹਦਾ ਜੋਗੀ ਭੁੱਖੇ ਸਾਧੂਆਂ ਨੂੰ ਜਿਹੜਾ ਖਾਣਾ ਖਵਾਇਆ ਸੀ ਨਾ, ਉਹਦਾ ਮਤਲਬ ਇਹੋ ਹੀ ਸੀ ਕਿ ਸੈਲਫਿਸ਼ ਨਾ ਬਣੋ। ਤੁਸੀਂ ਨਹੀਂ ਲੋਕਾਂ ਨੂੰ ਜਾਣਦੇ, ਪਰ ਜਿੱਥੇ ਲੋੜ ਹੈਗੀ ਦੋ ਉਹਨਾਂ ਨੂੰ ਹੈਲਪ ਕਰੋ। ਕਿਉਂਕਿ ਭੰਡਾਰੀ ਦੇਖੋ, ਆਪ ਸੋਚਦੇ ਜੋ ਵੰਡਿਆਂ ਤੁਹਾਡੇ ਕੋਲ ਪੈਸੇ ਮੁੱਕ ਜਾਣਗੇ, ਇਹਦਾ ਭੰਡਾਰੀ ਦੇ ਰਿਹਾ ਹੈ, ਉਹਦੇ ਲਈ ਤੁਸੀਂ ਹੈਲਪ ਕਰੋਗੇ, ਜਿੱਥੇ ਰਸਦ ਪਹੁੰਚਾਓਗੇ, ਜਿੱਥੇ ਇਹਨੂੰ ਲੋੜ ਹੈ, ਤੁਹਾਨੂੰ ਦਿਖਦਾ ਹੈ। ਆਪ ਸੋਚਦੇ ਆਪਦੀਆਂ ਬੈਂਕਾਂ ਖਾਲੀ ਹੋ ਜਾਣਗੀਆਂ, ਏਦਾਂ ਹੋਣਾ ਹੀ ਨਹੀਂ, ਕਿਉਂਕਿ ਭੰਡਾਰੀ ਬੈਠਾ ਹੈ। ਭੰਡਾਰੀ ਨੂੰ ਪਤਾ ਹੈ ਕਿ ਇਸ ਬੰਦੇ ਨੇ 3 ਰੋਟੀਆਂ ਦੇ ਵਿੱਚੋਂ 1 ਰੋਟੀ ਕੱਢ ਕੇ ਦੂਜੇ ਨੂੰ ਦੇ ਦਿੱਤੀ ਹੈ। ਵੇਖਣ ਦੇ ਆ ਤੁਹਾਡੇ ਅੰਦਰ ਆਤਮਾ ਦੇ ਰੂਪ 'ਚ। ਆਪ ਸੋਚਦੇ ਕਿ ਉਹ ਤੁਹਾਡੇ ਲਈ ਕੁਛ ਵੀ ਨਾ ਕਰੂਗਾ, ਏਦਾਂ ਤੁਸੀਂ ਕਰਦੇ ਪਏ ਜੋ। ਨਹੀਂ,
ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ। ਇਹ ਪ੍ਰਮਾਤਮਾ ਕਰ ਰਿਹਾ। ਔਰ ਜੇ ਉਹਦੇ 'ਚ ਤੁਸੀਂ ਵੀ ਕੋਈ ਗੁਣ, ਜਿੱਦਾਂ ਰੁੱਖਾਂ ਦੇ ਵਿੱਚ ਦੇਖੋ ਗੁਣ, ਇਹ ਜਾਨਵਰ ਸਾਡੇ ਤੋਂ ਕੁਛ ਮੰਗਦੇ ਥੋੜ੍ਹੀ, ਦਿੰਦੇ ਹੀ ਹੈ ਨਾ। ਆ ਫਰੂਟ ਆ ਜਿਹੜੇ ਲੱਗਦੇ ਨੇ ਰੁੱਖਾਂ ਨੂੰ, ਦਿੰਦੇ ਹੀ ਹੈ ਵਿਚਾਰੇ, ਕਿਉਂਕਿ ਦੇਵਤੇ ਨੇ ਉਹ ਸਾਰੇ। ਸੂਰਜ ਦੇਵਤਾ ਹੈ, ਇਹ ਚੰਦ ਦੇਵਤਾ, ਇਹ ਧਰਤੀ ਮਾਤਾ ਕਹਿ ਲੈਂਦੇ ਆ, ਆਪਣੀ ਬਾਣੀ 'ਚ ਵੀ ਲਿਖਿਆ। ਦੇਖੋ ਨੋਰਮਲੀ ਜਿਹੜੇ ਅਸੀਂ ਸਵਾਰਥੀ ਹੁੰਦੇ ਆ ਨਾ, ਤੇ ਸਾਡੇ ਲਈ ਕੀ ਹੁੰਦਾ ਕਿ ਸਾਡੇ ਲਈ ਕੇਵਲ ਆਪਣਾ ਘਰ-ਬਾਰ ਹੀ ਹੁੰਦਾ, ਆਪਣਾ ਪਰਿਵਾਰ। ਮਾੜਾ ਜਿਹਾ ਜੇ ਅਸੀਂ ਕਿਤੇ ਹੈਲਪ ਵੀ ਕਰਦੇ ਹਾਂ ਤੇ ਵੇਖਦੇ ਹਾਂ ਕਿ ਸਾਡਾ ਕੀ ਹੈ, ਸਾਡਾ ਕੋਈ ਜਾਣ ਪਹਿਚਾਣ ਵਾਲਾ। ਜੇ ਕੋਈ ਅਣਜਾਣ ਆ ਤੇ ਅਸੀਂ ਉਹਦੀ ਹੈਲਪ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਸਾਡੇ ਅੰਦਰ ਏਦਾਂ ਦੀ ਟ੍ਰੇਨਿੰਗ ਨਹੀਂ ਹੋਈ। ਇਹ ਖਾਸ ਕਰਕੇ ਮਾਂ-ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਬੱਚਿਆਂ ਨੂੰ ਤੁਸੀਂ ਪ੍ਰੈਕਟੀਕਲੀ ਦੱਸਣਾ ਨਹੀਂ ਹੈ, ਤੁਸੀਂ ਬੱਚਿਆਂ ਦੇ ਸਾਹਮਣੇ ਏਦਾਂ ਦਾ ਕੁਛ ਕਰਨਾ ਹੈ ਕਿ ਜਿਹੜੇ ਬੰਦੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਦੀ ਹੈਲਪ ਕਰਨੀ ਹੈ। ਕਿਉਂ ਕਰਨੀ ਹੈ? ਕਿਉਂਕਿ ਤੁਹਾਡੇ ਬੱਚਿਆਂ ਦੇ ਵਿੱਚ ਚੰਗੇ ਸੰਸਕਾਰ ਪ੍ਰਗਟ ਹੋ ਜਾਣ। ਤੇ ਜੇ ਤੁਸੀਂ ਖੁਦ ਹੀ ਨਹੀਂ ਕੀਤਾ ਤੇ ਫਿਰ ਬੱਚਿਆਂ 'ਚ ਕਿੱਥੋਂ ਹੋਣੇ? ਫਿਰ ਬੱਚਿਆਂ ਨੇ ਤੇ ਉਹ ਬਿਲਕੁਲ ਹੀ ਆਊਟ ਹੋ ਜਾਣਾ ਹੈ, ਅਲਾਈਨਮੈਂਟ ਆਊਟ ਹੋ ਜਾਣੀ ਹੈ। ਇਸ ਕਰਕੇ ਤੁਸੀਂ ਜੋ ਚਾਹੁੰਦੇ ਜੇ ਤੁਹਾਡੇ ਬੱਚੇ ਬਣਨ, ਤੇ ਸਭ ਤੋਂ ਪਹਿਲਾਂ ਤੁਸੀਂ ਉਦਾਂ ਦੇ ਬਣ ਜਾਓ। ਜੇ ਤੁਸੀਂ ਆਪਣੇ ਮਾਂ-ਬਾਪ ਦੀ ਸੇਵਾ ਨਹੀਂ ਕੀਤੀ ਤੇ ਮਨ 'ਚ ਵਰਕਾ ਪਾੜ ਦਿਓ ਕਿ ਤੁਹਾਡੇ ਬੱਚੇ ਤੁਹਾਡੀ ਸੇਵਾ ਕਰਨ। ਤੁਸੀਂ ਆਪਣੇ ਮਾਂ-ਬਾਪ ਨੂੰ ਇਲਾਜ ਕਰਾਉਣ ਵਾਸਤੇ ਹਸਪੀਟਲ ਜਾਂ ਕਿਸੇ ਡਾਕਟਰ ਕੋਲ ਨਹੀਂ ਲੈ ਕੇ ਜਾਂਦੇ, ਸਾਫ ਸੁਥਰਾ ਕੱਪੜਾ ਨਹੀਂ ਲੈ ਕੇ ਦਿੰਦੇ, ਤੇ ਮਨ 'ਚੋਂ ਵਰਕਾ ਪਾੜ ਦਿਓ ਕਿ ਤੁਹਾਡੇ ਬੱਚੇ ਜਿਹੜੇ ਉਹ ਕੋਈ ਵੱਖਰਾ ਚਮਤਕਾਰ ਕਰ ਦੇਣਗੇ। ਇਹ ਪ੍ਰੈਕਟੀਕਲ ਪੋਸੀਬਲ ਹੀ ਨਹੀਂ ਹੈ, ਬਿਲਕੁਲ ਨਹੀਂ ਪੋਸੀਬਲ। ਪਲੀਜ਼ ਮਾਈਂਡ ਨਹੀਂ ਕਰਨਾ ਮੇਰੀਆਂ ਗੱਲਾਂ ਦਾ, ਇਹ ਗੱਲਾਂ ਬਿਲਕੁਲ ਸੱਚ ਨੇ। ਨਹੀਂ ਯਕੀਨ ਆਉਂਦਾ ਤਾਂ ਕੁਝ ਸਮੇਂ ਬਾਅਦ ਫਿਰ ਮੈਨੂੰ ਫੋਨ ਕਰ ਦਿਓ ਕਿ ਹਾਂ ਵੀ ਮੈਂ ਤੇ ਆਪਣੇ ਪਿਓ ਨੂੰ ਕੁਝ ਨਹੀਂ ਕੱਪੜਾ ਕੁਪੜਾ ਦਿੱਤਾ, ਨਾ ਮੈਨੂੰ ਹਸਪੀਟਲ ਕੋਈ ਇਲਾਜ ਕਰਾਇਆ, ਉਦਾਂ ਹੀ ਬੈੱਡ ਤੇ ਧੱਕੇ ਖਾਂਦਾ ਰਿਹਾ, ਤੇ ਮੇਰੇ ਬੱਚਿਆਂ ਨੇ ਮੈਨੂੰ ਬਹੁਤ ਸਾਂਭਿਆ। ਨਹੀਂ ਸਾਂਭਣਾ। ਹਜੇ ਤੁਹਾਡੇ ਕੋਲ ਪੈਸੇ ਵੀ ਹੋਣ, ਪਰ ਜਦੋਂ ਤੁਸੀਂ ਵੀਕਨੈਸ ਦੀ ਸਟੇਜ ਤੇ ਆਉਂਦੇ ਜੇ ਨਾ, ਤੇ ਉਦੋਂ ਬੰਦੇ ਦੀਆਂ ਬੜੀਆਂ ਕਮਜ਼ੋਰੀਆਂ ਹੋ ਜਾਂਦੀਆਂ। ਮੈਂ ਐਸੇ ਬੰਦੇ ਵੇਖੇ ਕਿ 5-6 ਹਜ਼ਾਰ ਦਾ ਆਪਰੇਸ਼ਨ ਹੁੰਦਾ ਹੈ ਮੋਤੀਆਬਿੰਦ ਦਾ, ਉਹਨਾਂ ਦੇ ਬੱਚੇ ਉਹ ਵੀ ਨਹੀਂ ਕਰਾਉਂਦੇ। ਏਦਾਂ ਦੇ ਲੋਕ ਵੇਖੇ, ਪਤਾ ਨਹੀਂ ਕਿੰਨੀ ਪੈਲੀ ਉਹਨਾਂ ਦੀ। ਸੋ ਇੱਥੇ ਅੱਜ ਨੂੰ ਸਮਝੀਏ। ਇੱਥੇ ਮੈਂ ਹੁਣ ਸਟਾਪ ਕਰਦਾ, ਫਿਰ ਆਪਾਂ ਕਥਾ ਤੇ ਆਉਂਦੇ ਹਾਂ। ਸੋ ਕੁਝ ਗੱਲਾਂ ਕੀਤੀਆਂ ਤੁਹਾਡੇ ਨਾਲ ਕਿ ਆਪਾਂ ਸੰਸਾਰ ਨੂੰ ਆਪਣਾ ਪਰਿਵਾਰ ਸਮਝਣਾ, ਕਿਉਂਕਿ ਪ੍ਰਮਾਤਮਾ ਨੇ ਸਾਨੂੰ ਕਿਸੇ ਮਕਸਦ ਲਈ ਭੇਜਿਆ। ਉਹ ਮਕਸਦ ਆਪ ਕੀ ਸੋਚਦੇ ਜੋ? ਗੁਰੂ ਨਾਨਕ ਪਾਤਸ਼ਾਹ ਨੂੰ ਕੀ ਲੋੜ ਪਈ ਸੀ? ਗਿਆਨ ਪ੍ਰਾਪਤ ਕੀਤਾ, ਛੱਡੋ ਖੜਾ ਯਾਰ, ਮੈਂ ਖੁਦ ਬ੍ਰਹਮੀ ਗਿਆਨੀ ਬਣ ਚੁੱਕਿਆ, ਕੀ ਲੋੜ ਪਈ ਇਹ ਦੱਸਣ ਦੀ? ਆਪ ਸਮਝਦੇ ਜੋ ਮੈਨੂੰ ਕੀ ਲੋੜ ਪਈ ਹੈ ਇਹ ਗਿਆਨ ਕਰਾਉਣ ਦੀ? ਮੈਨੂੰ ਕੋਈ ਫਾਇਦਾ ਹੈ? ਨਹੀਂ ਲੋੜ। ਇੱਥੇ ਕੰਮ ਕਰਦਾ ਸਗੋਂ ਮੈਨੂੰ ਥੋੜੇ ਪੈਸੇ ਆਉਂਦੇ। ਪਰ ਇਹ ਜਿਹੜਾ ਗਿਆਨ ਹੈ, ਦੇਖੋ ਤੁਸੀਂ ਭਗਤੀ ਕੀਤੀ ਨਾ, ਇੱਕ ਲੈਵਲ ਤੇ ਆ ਕੇ ਤੁਸੀਂ ਰੁਕ ਜਾਣਾ। ਜੇ ਤੁਸੀਂ ਚਾਹੁੰਦੇ ਨਾ ਕਿ ਇਹਨੂੰ ਹੋਰ ਬੂਸਟ ਕਰਨਾ ਹੈ, ਇਹ ਜਿਹੜਾ ਜਾਣਿਆ ਸੱਚ ਹੈ ਤੁਹਾਨੂੰ ਦੱਸਣਾ ਪੈਣਾ ਹੈ। ਨਿਜਰ ਸਾਹਿਬ। ਹਾਂਜੀ ਗੌਰਕੀ ਸਾਹਿਬ। ਆਪ ਹੈਗੇ ਨਹੀਂ? ਹਾਂਜੀ ਹਾਂਜੀ। ਮੇਰੀ ਗੱਲ ਆਪ ਐਗਰੀ ਕਰਦੇ ਜੋ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਉਹਦੀ ਜਿਹੜੀ ਚਮਕ ਆ ਉਹ ਵੰਡਿਆ ਹੋਣੀ ਆ। ਵੀਰ ਜੀ ਉਹ ਵੈਸੇ ਵੀ ਸੁਭਾਵਿਕ ਹੈ ਜੀ, ਓਵਰਫਲੋ ਹੋਣਾ ਹੀ ਹੈ। ਜਦ ਉਹ ਬਹੁਤਾਤ ਹੋ ਜਾਂਦੀ ਹੈ, ਓਵਰਫਲੋ ਆਪਾਂ ਦੇਖਦੇ ਹਾਂ ਨਾ ਜੀ, ਨਦੀ ਛੱਲ ਮਾਰਦੀ ਹੈ ਤੇ ਉਹਨੇ ਵੱਜਣੀ ਹੈ। ਤੁਸੀਂ ਰਹਿ ਉਹਨੇ ਨਾਰੀਅਲ, ਹੁਣ ਵੇਖੋ ਗਾਂ ਦੇ ਥਣਾ 'ਚ ਦੁੱਧ ਵੇਖਿਆ, ਜਦੋਂ ਵੱਧ ਆ ਜਾਂਦਾ ਆਪੇ ਧਾਰਾ ਵੱਜੀ ਜਾਂਦੀਆਂ, ਨੱਪਣ ਦੀ ਲੋੜ ਹੀ ਨਹੀਂ, ਕਿਉਂਕਿ ਪਿੱਛੋਂ ਆਉਂਦਾ ਹੈ ਉਹ ਗਿਆਨ। ਸੱਚ ਕਿਤੇ ਐਵੇਂ ਥੋੜੀ ਪ੍ਰਗਟ ਹੋਣ ਦਿਆ। ਸੱਚ ਨੂੰ ਪ੍ਰਗਟ ਕਰਨਾ, ਇਹ ਮੈਂ ਕਹਿੰਦਿਆਂ ਕਿ ਬਾਣੀ ਕਹਿੰਦੀ ਸਿਲ ਲੂਣੀ ਚਟਣੀ ਹੈ, ਪਰ ਇਹਦੇ ਨਾਲ ਦਾ ਸੁੱਖ ਕਦੇ ਨਹੀਂ। ਇਹ ਜਿਹੜਾ ਇੱਕ ਸੁੱਖ ਹੈ ਬੜਾ ਪਾਵਰਫੁਲ ਸੁੱਖ ਹੈ। ਇਹ ਬੰਦਾ ਜਿਹੜਾ ਸਧਾਰਨ ਕੀ ਹੈ ਜ਼ਿੰਦਗੀ, ਦੇਖੋ ਲੋਕਾਂ ਦੀ ਕੋਈ ਜ਼ਿੰਦਗੀ ਥੋੜੀ ਹੈ ਵਿਚਾਰੇ, ਸਾਰੀ ਜ਼ਿੰਦਗੀ ਬੰਦਾ ਭੱਜਦਾ ਹੈ, ਸਭ ਕੁਝ ਹੁੰਦਿਆਂ ਹੋਇਆ ਆਖਰ ਤੇ ਗੇਮ ਹਾਰ ਕੇ ਜਾਂਦਾ ਹੈ। ਆਖਰ ਤੇ ਬੰਦਾ ਜੇ ਕੋਈ ਭਗਤੀ ਨਹੀਂ ਨਾ ਕਰਦਾ, ਬਹੁਤ ਵੱਡਾ ਲੂਜ਼ਰ ਹੈ। ਔਰ ਉਹਨੂੰ ਪਤਾ ਲੱਗ ਜਾਂਦਾ ਲਾਸਟ ਤੇ। ਕਿਸੇ ਦੀ ਨਹੀਂ ਮੈਂ ਗੱਲ ਕਰਦਾ, ਤੁਹਾਨੂੰ ਥੋੜੀ ਪਤਾ ਲੱਗਣਾ ਹੈ। ਜਿਹੜਾ ਬੰਦਾ ਗੇਮ ਲੂਜ਼ ਕਰਕੇ ਜਾਂਦਾ ਹੈ ਨਾ, ਫਿਰ ਪ੍ਰਕਿਰਤੀ ਨੂੰ ਅਹਿਸਾਸ ਕਰਾਉਂਦੀ ਹੈ ਕਿ ਤੂੰ ਗਲਤ ਜੂਆ ਖੇਡ ਰਿਹਾ, ਕਿਉਂਕਿ ਤੇਰੀ ਬੁੱਧੀ ਸੀ। ਜੇ ਤੂੰ ਚਿੱਤ ਨੂੰ ਸ਼ਾਂਤ ਕਰ ਲੈਂਦਾ, ਤੇਰੇ ਫੈਸਲੇ ਵਧੀਆ ਹੋ ਜਾਣੇ ਸੀ। ਤੇ ਦੇਖੋ ਤੁਹਾਡੇ ਫੈਸਲੇ ਜੇਕਰ ਵਧੀਆ ਨਾ, ਤੁਸੀਂ 2-4 ਜ਼ਿੰਦਗੀ 'ਚ ਫੈਸਲੇ ਕਰ ਲਓ ਵਧੀਆ, ਤੇ ਤੁਹਾਡੀ ਜ਼ਿੰਦਗੀ ਕਿੰਨੀ ਉੱਚੀ ਤੇ ਸਾਫ਼ ਸੁਥਰੀ ਹੋ ਜਾਂਦੀ ਹੈ। ਤੁਸੀਂ ਇੱਕ ਅੱਧਾ ਵੀ ਗਲਤ ਫੈਸਲਾ ਕਰਕੇ ਦੇਖੋ, ਤੁਹਾਡੀ ਜ਼ਿੰਦਗੀ ਵਿਜੇ ਮਾਲੀਆ ਵਾਂਗੂ ਵੇਖੋ ਇੱਕਦਮ ਹਿੱਲ ਜਾਣੀ। ਆਪ
ਜਸਟ ਸੋਚੋ ਕਿ ਇੱਕ ਬੰਦਾ ਜਿਹੜਾ ਨਾ, ਜਦੋਂ ਬੰਦਾ ਬਹੁਤ ਅਮੀਰ ਹੋ ਜਾਂਦਾ ਉਹਦੇ ਫੈਸਲੇ ਬਹੁਤ ਪਾਵਰਫੁਲ ਆ। ਦੇਰ ਇਜ਼ ਨੋ ਪਲੇਸ ਫॉर ਮਿਸਟੇਕ। ਸਿੰਗਲ ਮਿਸਟੇਕ ਕੀਤੀ ਨਾ ਉਹ ਸਾਰਾ ਥੱਲੇ ਡਿੱਗ ਜਾਣਾ। ਐਡੇ ਵੱਡੇ ਫੈਸਲੇ, ਹੁਣ ਮੇਰੇ ਵਰਗੇ ਦਾ ਕੀ ਫੈਸਲਾ ਹੋਊ? ਲੱਖ 2 ਲੱਖ ਦਾ ਘਾਟਾ ਪੈ ਜੂ, ਪਰ ਜਿਹੜੇ ਕਰੋੜਾਂ ਅਰਬਾਂ ਦੇ ਮਾਲਕ ਹੁੰਦੀਆਂ ਨੇ, ਫੈਕਟਰੀਆਂ ਦੇ ਮਾਲਕ ਹੁੰਦੇ ਆ, ਉਹ ਜੇ ਇੱਕ ਮਾੜਾ ਜਿਹਾ ਇੱਧਰ ਉੱਧਰ ਗਲਤੀ ਕਰਦੇ ਨਾ, ਉੱਥੇ ਗਲਤੀ ਦੀ ਗੁੰਜਾਇਸ਼ ਨਹੀਂ, ਕਿਉਂਕਿ ਉਹ ਗਲਤੀ ਬਹੁਤ ਵੱਡੀ ਹੁੰਦੀ, ਫਿਰ ਉਹ ਸਾਰਾ ਕੁਝ ਹਿੱਲ ਜਾਂਦਾ। ਇੱਥੇ ਆਪਾਂ ਇਹ ਚੀਜ਼ ਨੂੰ ਸਮਝਣਾ, ਠੀਕ ਹੈ। ਤੇ ਜਿਹੜਾ ਆਪਣਾ ਵਿਚਾਰ ਹੈ, ਇਹ ਵਿਚਾਰ ਚਿੱਤ 'ਚ ਪ੍ਰਗਟ ਹੁੰਦਾ ਹੈ, ਔਰ ਇਸ ਨੂੰ ਆਪਾਂ ਬੜੇ ਧਿਆਨ ਨਾਲ ਦੇਖਣਾ। ਜਦੋਂ ਤੁਸੀਂ ਭਗਤੀ ਕੀਤੀ, ਭਗਤੀ ਦਾ ਮਤਲਬ ਹੈ ਕਿ ਚਿੱਤ ਵਰਿੱਤੀ, ਪਤੰਜਲੀ ਯੋਗ 'ਚ ਕਹਿੰਦੇ ਕਿ ਚਿੱਤ ਦੇ ਵਿੱਚ ਜਿਹੜੀਆਂ ਵਰਿੱਤੀਆਂ ਨੂੰ ਬੰਦ ਕਰ ਦਿਓ, ਤੁਸੀਂ ਬ੍ਰਹਮ ਗਿਆਨੀ। ਇਹਨੂੰ ਬੰਦ ਕਰਨ ਦਾ ਕੇਵਲ ਇੱਕ ਤਰੀਕਾ ਹੈ, ਸਾਡੇ ਅੰਦਰ ਜਿਹੜੀ ਪ੍ਰਮਾਤਮਾ ਨੇ ਨਾਮ ਰੂਪੀ ਸ਼ਕਤੀ ਡਿਪੋਜ਼ਿਟ ਕੀਤੀ ਹੈ, ਔਰ ਉਸ ਦੀ ਡਿਮਾਂਡ ਜਿਹੜੀ ਹੈ ਉਹ ਤੁਹਾਨੂੰ ਪ੍ਰਮਾਤਮਾ ਦੇ ਕੋਲੋਂ ਕਰਨੀ ਪੈਣੀ। ਵੈਰੀ ਵੈਰੀ ਕਲੀਅਰ। ਇਹ ਤੇ ਗੱਲਾਂ ਲੋਕੀ ਪਤਾ ਨਹੀਂ ਕਿੱਥੋਂ ਸੁਣਾਈ ਜਾਂਦੇ ਨੇ, ਜਿਹੜੇ ਕਿਤਾਬਾਂ ਪੜ੍ਹ ਕੇ। ਇਹ ਸਭ ਬੁੱਧੀ ਮੰਡਲ 'ਚ ਬੈਠੇ। ਜਦ ਤੱਕ ਤੁਸੀਂ ਆਤਮਾ ਤੱਤ ਨੂੰ ਨਹੀਂ ਜਾਣਦੇ, ਤੁਹਾਨੂੰ ਜੀਵਨ ਦਾ ਕੁਛ ਨਹੀਂ ਜੋ ਪਤਾ ਲੱਗਣਾ। ਕੀ ਖਾਣਾ, ਕੀ ਨਹੀਂ ਖਾਣਾ, ਕੀ ਪੀਣਾ, ਕੀ ਨਹੀਂ ਪੀਣਾ, ਕੀ ਬੋਲਣਾ, ਕੀ ਨਹੀਂ ਬੋਲਣਾ, ਕੀ ਕਰਨਾ, ਕੀ ਨਹੀਂ ਕਰਨਾ, ਇਹ ਗਿਆਨ ਇੱਕ ਆਤਮ ਗਿਆਨੀ ਨੂੰ ਹੀ ਹੈ। ਦੂਸਰੇ ਬੰਦੇ ਨੂੰ ਕਿੱਥੇ ਵਿਚਾਰਾ? ਉਹ ਤੇ ਜਿੱਦਾਂ ਤੇਰੇ ਕਿਤਾਬ ਪੜ੍ਹੀ ਉੱਥੇ ਲਿਖਿਆ ਇੰਝ ਨਹੀਂ ਕਰਨਾ, ਉਂਝ ਨਹੀਂ ਕਰਨਾ, ਪਰ ਉਹ ਚੀਜ਼ਾਂ ਜਿਹੜੀਆਂ ਨੇ ਆਤਮ ਗਿਆਨੀ ਦੇ ਅੰਦਰੋਂ ਆਉਂਦੀਆਂ ਨੇ। ਜਿੱਦਾਂ ਰੁੱਖ ਆ, ਜਿਹੜਾ ਫਲ ਲੱਗਦਾ ਰੁੱਖ ਦੇ ਜੜ੍ਹਾਂ 'ਚ ਆਉਂਦਾ ਹੈ, ਧਰਤੀ 'ਚੋਂ ਖਿੱਚਦਾ ਹੈ। ਸੋਰਸ ਉਹਦੇ ਫਰੂਟ ਦਾ ਕੀ ਹੈ? ਧਰਤੀ। ਜੇ ਤੁਸੀਂ ਮਿੱਠਾ ਲੱਭਣ ਦੀ ਕੋਸ਼ਿਸ਼ ਕਰੋਗੇ, ਰੁੱਖ 'ਚ ਮਿੱਠਾ ਕੁਛ ਨਹੀਂ ਹੈਗਾ। ਅੰਬ ਦਾ ਸਾਰਾ ਰੁੱਖ ਪਾੜ ਕੇ ਵੇਖ ਲਓ। ਅੱਜ ਮੈਂ ਫਰੂਟ ਕਹਿੰਦਾ, ਮੁੰਡੇ ਮੇਰੇ ਨੇ ਸਵਾਲ ਕੀਤਾ, ਕਹਿੰਦਾ ਪਾਪਾ ਇਹ ਮਿੱਠਾ ਕਿੱਥੋਂ ਆਉਂਦਾ ਫਰੂਟ 'ਚ? ਮੈਂ ਇਹ ਤੇ ਰੱਬ ਹੀ ਜਾਣਦੇ। ਫਿਰ ਉਹਦਾ ਟੇਸਟ ਵੱਖੋ ਵੱਖਿਆ। ਸਾਰੇ ਫਰੂਟ ਇੱਕੋ ਧਰਤੀ 'ਚ ਲੱਗਦੇ ਨੇ, ਪਰ ਹਰ ਇੱਕ ਫਰੂਟ ਆ ਆਪਣੇ ਟੇਸਟ ਦੇ ਹਿਸਾਬ ਦੇ ਨਾਲ ਉਹ ਸ਼ਕਤੀ ਖਿੱਚਦਾ ਹੈ ਤੇ ਉਹਨੂੰ ਕਨਵਰਟ ਕਰਦਾ ਹੈ ਮਿਠਾਸ ਦੇ ਵਿੱਚ। ਤਾਂ ਇਹ ਚੀਜ਼ਾਂ ਹੈਗੀਆਂ ਨੇ, ਸੋ ਆਪ ਧਿਆਨ ਦਿਆ ਕਰੋ। ਇਹ ਚੀਜ਼ਾਂ ਜਦੋਂ ਵੇਖੋਗੇ ਤਾਂ ਤੁਹਾਨੂੰ ਆਪੇ ਪ੍ਰਮਾਤਮਾ ਤੇ ਵਿਸ਼ਵਾਸ ਆਵੇਗਾ। ਹਾਂਜੀ, ਆਪ ਤੋਂ ਬੋਲ ਦੋ ਸਰ। ਦੋ। ਹਾਂਜੀ ਜੀ ਵੀਰ ਜੀ। ਉਹ ਕਹਿੰਦੇ ਜਾ ਤੂੰ ਤੁਸੈ ਮਿਹਰਬਾਨ, ਅਚਿੰਤ ਵਸੈ ਮਨ ਮਾਹੀ। ਕਹਿੰਦੇ ਅਚਿੰਤ ਅਚਨਚੇਤ, ਪਤਾ ਵੀ ਨਹੀਂ ਲੱਗਣਾ ਕਦੋਂ ਅੰਦਰ ਆ ਕੇ ਵਸ ਜਾਣਾ ਹੈ। ਤੇ ਤੇਰੀ ਮਿਹਰ ਦੇ ਸਦਕਾ ਹੀ, ਤੇਰੇ ਗੁਰ ਪ੍ਰਸਾਦ, ਤੇਰੀ ਜਦੋਂ ਤੂੰ ਤੁਸ ਜਾਣਾ, ਟੁੱਟ ਜਾਣਾ ਸਾਡੇ ਤੇ ਕਹਿੰਦੇ ਤੂੰ ਅਚਿੰਤ ਹੀ ਆ ਕੇ ਇੱਕਦਮ ਮਨ ਦੇ ਅੰਦਰ ਵਸ ਜਾਣਾ ਹੈ। ਜਾਂ ਤੂੰ ਤੁਸੈ ਮਿਹਰਬਾਨ, ਨੌ ਨਿਧੀਆਂ, ਦੇਖੋ ਨੌ ਨਿਧੀਆਂ ਖਜ਼ਾਨੇ, ਨੌ ਨਿਧੀਆਂ ਖਜ਼ਾਨੇ ਜਿਹੜੇ ਨੇ ਉਹ ਘਰ ਦੇ ਅੰਦਰ ਹੀ ਆ ਜਾਂਦੇ ਆ। ਏਦਾਂ ਹੀ ਘਰ ਦੇ ਅੰਦਰ ਹੀ ਲੱਭ ਜਾਂਦੇ, ਜਿਹਨੂੰ ਬਾਹਰ ਲੱਭਦਾ ਫਿਰਦਾ ਸੀ ਤੂੰ। ਜੀ ਵੀਰ ਇਹ ਨਾ ਠੀਕ ਹੈ। ਉਹ ਕਹਿੰਦੇ ਨੇ ਕਿ ਬਿਨਾਂ ਦੱਸੇ ਜਿੱਦਾਂ ਪ੍ਰਾਹੁਣਾ ਆ ਜਾਂਦਾ ਹੈ ਨਾ। ਸੌਰੀ ਮੈਂ ਗੁਰਖੀ ਜੀ, ਇੱਕ ਥੋੜਾ ਜਿਹਾ ਜਿਹੜਾ ਨਾ ਇਹ ਜਿਹੜੀ ਹੈ 4 ਲਾਈਨਾਂ ਨੂੰ ਜਿਹੜਾ ਹੈ ਨਾ ਇਹਨੂੰ ਇਕੱਠਾ ਲੈਣਾ ਚਾਹੀਦਾ ਹੈ। ਇਹਨਾਂ 4 ਲਾਈਨਾਂ ਨੂੰ, ਇਹਦੇ ਵਿੱਚ ਜਿਹੜਾ ਹੈਗਾ 4 ਲਾਈਨਾਂ ਦੇ ਵਿੱਚ ਮਹਾਰਾਜ ਜਿਹੜੇ ਹੈਗੇ, ਜਿਹੜਾ ਵੀ ਇਨਸਾਨ ਜਿਹੜਾ ਹੈਗਾ ਨਾ ਭਗਤੀ ਕਰਨ ਦੇ ਵਾਸਤੇ ਜਿਹੜਾ ਹੈਗਾ ਸ਼ਿਫਟ ਹੋ ਜਾਂਦਾ, ਉਹਦਾ ਮਨ ਜਿਹੜਾ ਹੈਗਾ, ਉਹਨੇ ਮਨ ਦੇ ਵਿੱਚ ਜਿਹੜਾ ਹੈਗਾ ਲਿਵ ਵਾਲੇ ਰਸਤੇ ਤੇ ਭਗਤੀ ਮਾਰਗ ਤੇ ਚੱਲਣ ਦਾ ਉਹਨੇ ਨਿਸ਼ਚਾ ਕਰ ਲਿਆ। ਇਸ ਤੋਂ ਬਾਅਦ ਕੀ ਹੋਣਾ ਆ? ਜਾਂ ਤੂੰ ਤੁਸੈ ਮਿਹਰਬਾਨ, ਅਚਿੰਤ ਵਸੈ ਮਨ ਮਾਹੇ। ਮਾਲਕ ਪਰਮਾਤਮਾ ਜਦ ਖੁਸ਼ ਹੁੰਦਾ ਹੈ, ਤੁਸਦਾ ਹੈ, ਤੇ ਇਹ ਭਗਤੀ ਕਰਨ ਦਾ ਜਿਹੜਾ ਹੈਗਾ ਇਹ ਆਪਣੇ ਅੰਦਰ ਕੀ ਹੈ ਕਿ ਆਪਾਂ ਮਾਇਆ ਜਿਹੜੀ ਹੈ ਅਚਿੰਤ ਆਪਣੇ ਅੰਦਰ ਵਸੀ ਹੋਈ ਹੈ, ਔਰ ਆਪਾਂ ਜਿਹੜੇ ਹੈਗੇ ਬਗੈਰ ਕਿਸੇ ਜਿਹੜੇ ਹੈਗੇ ਜ਼ਿਆਦਾ ਉਪਰਾਲੇ ਦੇ ਮਾਇਆ ਵੱਲ ਨੂੰ ਜਿਹੜੇ ਹੈਗੇ ਆਪਾਂ 24 ਘੰਟੇ ਲੱਗੇ ਰਹਿੰਦੇ। ਉਸੇ ਤਰੀਕੇ ਦੇ ਨਾਲ ਜਦੋਂ ਮਾਲਕ ਪਰਮਾਤਮਾ ਮਿਹਰਬਾਨ ਤੁਸਦਾ ਹੈ ਤੇ ਆਪਾਂ ਜਿਹੜੇ ਹੈਗੇ ਭਗਤੀ ਵੱਲ ਨੂੰ ਜਿਹੜੇ ਹੈਗੇ ਆ ਆਪਣੇ ਅੰਦਰ ਆਪਣਾ ਮਨ ਜਿਹੜਾ ਹੈਗਾ ਭਗਤੀ ਕਰਨ ਨੂੰ ਜਿਹੜਾ ਹੈਗਾ ਦਿਲੋਂ ਅੰਦਰੋਂ ਜਿਹੜੀ ਹੈਗੀ ਭਗਤੀ ਕਰਨ ਨੂੰ ਆਪਣੀ ਇੱਛਾ ਹੋ ਜਾਂਦੀ ਹੈ। ਇਸ ਤੋਂ ਬਾਅਦ ਨੈਕਸਟ ਕਹਿ ਰਿਹਾ ਜਾਂ ਤੂੰ ਤੁਸੈ ਮਿਹਰਬਾਨ, ਨੌਨਿਧ ਕਰ ਮੈਂ ਪਾਹੇ। ਤੇ ਜਦ ਉਹਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਮਾਲਕ ਪਰਮਾਤਮਾ ਨੇ ਹੋਰ ਤੁਸ ਜਾਣਾ, ਖੁਸ਼ ਹੋ ਜਾਣਾ। ਤੇ 9 ਨਿਧੀਆਂ ਜਿਹੜੀਆਂ ਹੈ, 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸਕਾ ਵਿਸ਼ਰਾਮ। ਤੇ 9 ਨਿਧ ਉਹ ਅੰਮ੍ਰਿਤ ਵੱਲ ਨੂੰ ਜਿਹੜੇ ਹੈਗੇ ਆ ਇਹ ਨਾਮ ਤਨ ਇਕੱਠਾ ਹੋਣ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਹੀ ਜਿਹੜਾ ਹੈਗਾ ਉਹ ਨਾਮ ਪਦਾਰਥ ਮਿਲ ਜਾਂਦਾ
ਜਾਂ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਸ਼ਬਦ ਕਮਾਏ। ਨੈਕਸਟ ਕੀ ਹੈ ਬਈ ਕਮਾਈ, ਮਾਲਕ ਪਰਮਾਤਮਾ ਜਿਹੜਾ ਹੈਗਾ ਇਸ ਤੋਂ ਅੱਗੇ ਜਿਹੜਾ ਹੈਗਾ ਸ਼ਬਦ ਦੀ ਕਮਾਈ ਹੁੰਦੀ ਹੈ, ਭਗਤੀ ਹੁੰਦੀ ਹੈ। ਤੇ ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਆ ਜਾਂ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚੇ ਸਮਾਹੇ। ਜਦ ਮਾਲਕ ਪਰਮਾਤਮਾ ਆਖਰੀ ਦੇ ਵਿੱਚ ਆਖਰੀ ਲਾਸਟ ਜਿਹੜਾ ਹੈਗਾ ਸੱਚ ਕੀ ਹੈ, ਸੱਚ ਹੈਗੀ ਆਪਣੀ ਆਤਮਾ, ਤੇ ਸੱਚ ਦੇ ਵਿੱਚ ਸਮਾ ਜਾਂਦਾ ਹੈ, ਟਾਰਗੇਟ ਅਚੀਵ ਹੋ ਜਾਂਦਾ ਹੈ। ਹਾਂਜੀ ਵੀਰ ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਸਭ ਤੋਂ ਪਹਿਲਾਂ ਤੇ ਇਹ ਕਿ ਜਾਂ ਤੂੰ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ। ਕਮਾਈ ਕਰਨੀ ਪੈਣੀ ਹੈ ਜੀ। ਸਭ ਤੋਂ ਪਹਿਲਾਂ ਇੱਥੇ ਲੈਣ ਦੀ ਆਪਾਂ ਵਿਆਖਿਆ ਕਰਦੇ ਹਾਂ, ਕਿਉਂਕਿ ਮਿਹਰਬਾਨ ਹੈ ਤੇ ਤੁਸੀਂ ਕਲਾਸ 'ਚ ਜਾਓਗੇ, ਉੱਥੇ ਸਬਕ ਪ੍ਰਾਪਤ ਕਰੋਗੇ, ਸੰਗਤ ਕਰੋਗੇ, ਫਿਰ ਉੱਥੇ ਕਹਿੰਦੇ ਭਗਤੀ ਕਰਨੀ ਹੈ ਰੱਬ ਦੀ। ਜਿਹੜੇ ਭਗਤੀ ਕਰਨੀ ਰੱਬ ਦੀ, ਨਿਰਗੁਣ ਬ੍ਰਹਮ ਦੀ, ਫਿਰ ਕੀ ਹੋਊਗਾ? ਤੇ ਫਿਰ ਉਹਦੇ ਨਾਲ ਸਾਰਾ ਕੁਝ ਉੱਪਰਲਾ ਹੋ ਜਾਣਾ। ਤੇ ਫਿਰ ਜਦੋਂ ਤੁਸੀਂ ਭਗਤੀ ਕੀਤੀ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਡੇ ਅੰਦਰ ਕਿਦੋਂ ਆਤਮਾ ਪ੍ਰਗਟ ਹੋ ਗਈ। ਇਹ ਬਹੁਤ ਇੱਕ ਬੜੀ ਵਧੀਆ ਗੱਲ ਆ। ਇੱਕ ਵੀਰ ਕਹਿੰਦਾ ਕਿ ਮੈਨੂੰ ਕਿੱਦਾਂ ਪਤਾ ਲੱਗੂ ਕਿ ਮੈਨੂੰ ਆਤਮ ਗਿਆਨ ਹੋ ਗਿਆ। ਮੈਂ ਭਾਜੀ ਬਹੁਤ ਵੱਡੀ ਅਵਸਥਾ ਹੈ, ਜਦੋਂ ਤੁਹਾਡੇ ਅੰਦਰ ਬਣੀ ਨਾ ਤੁਹਾਨੂੰ ਖੁਦ ਪਤਾ ਲੱਗ ਜਾਣਾ। ਕੋਈ ਏਦਾਂ ਨਹੀਂ ਹੈ ਕਿ ਤੁਹਾਨੂੰ ਕੋਈ ਦੱਸੇ ਤੇ ਤੁਸੀਂ ਤਾਂ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਬ੍ਰਹਮ ਦੇ ਵਿੱਚ ਹੀ ਰੂਪ ਹੋ ਜਾਣਾ। ਤੁਹਾਡੀ ਆਪਣੀ ਹੋਂਦ ਖਤਮ ਹੋ ਜਾਣੀ ਹੈ, ਤੁਸੀਂ ਵਿੱਚ ਹੀ ਸਮਾ ਜਾਣਾ ਉਹਦੇ, ਕਿਉਂਕਿ ਫਿਰ ਦੋ ਨਹੀਂ ਰਹਿ ਜਾਂਦੇ। ਜਿੰਨਾ ਚਿਰ ਤੱਕ ਤੁਹਾਡੇ ਚਿੱਤ 'ਚ ਵਿਚਾਰ ਨਹੀਂ, ਉਹਨਾਂ ਚਿਰ ਤੱਕ ਤੁਸੀਂ ਦੋ ਜੋ। ਜਦੋਂ ਚਿੱਤਾਂ 'ਚ ਵਿਚਾਰ ਸ਼ਾਂਤ ਹੋ ਗਏ, ਰਾਮਾਨੰਦ ਜੀ ਕਹਿੰਦੇ ਨਾ ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ। ਪਹਿਲਾਂ ਚਿੱਤ ਦੀ ਗੱਲ ਕੀਤੀ ਉਹਨਾਂ ਨੇ, ਮਨ ਦੀ ਤੇ ਗੱਲ ਹੀ ਨਹੀਂ ਕਰ ਰਹੇ। ਉਹ ਕਹਿੰਦੇ ਜੋ ਡਿਸਪਲੇ ਬੰਦ ਹੋ ਗਈ ਹੈ, ਉੱਥੇ ਕੁਛ ਨਹੀਂ ਆਉਣ ਦਿਆ ਤੇ ਮਨ ਬਹਿ ਗਿਆ ਬਸ। ਕਿਉਂਕਿ ਮਨ ਨੂੰ ਤੇ ਕੁਛ ਚਾਹੀਦਾ ਹੈ ਨਾ। ਮਨ ਇੱਕ ਸ਼ਕਤੀ ਹੈ ਤੁਹਾਡੀ। ਮਨ ਤੋਂ ਬਿਨਾਂ ਸੰਸਾਰ ਨਹੀਂ ਹੋ ਸਕਦਾ। ਮਨ ਨੇ ਮੂਵਮੈਂਟ ਕਰਨਾ ਹੈ। ਉਹ ਜਿਹੜਾ ਡਿਸਪਲੇ ਦੇ ਨਾਲ ਹੀ ਮੂਵਮੈਂਟ ਕਰਨਾ ਹੈ। ਜਿਹੜਾ ਵਿਚਾਰ ਆਊਗਾ ਉਹ ਉਸੇ ਵੱਲ ਨੂੰ ਜਾਊਗਾ। ਹਾਂ, ਉੱਥੇ ਉਹਦੀ ਮੂਵਮੈਂਟ ਉੱਥੇ ਹੋਣੀ ਹੈ। ਫਿਰ ਤੁਹਾਡੇ ਧਿਆਨ ਨੂੰ ਲੈ ਜਾਂਦਾ ਨਾਲ ਹੀ। ਇਹ ਡਜ਼ਨਟ ਮੈਟਰ ਕਿ ਤੁਸੀਂ ਸਰੀਰ ਦੇ ਨਾਲ ਕੀ ਕਰ ਰਹੇ ਜੋ, ਅਸਲ ਦੇ ਵਿੱਚ ਜੋ ਮਨ ਕਰ ਰਿਹਾ ਉਹੀ ਅਸਲੀ ਕਰ ਰਹੇ ਹਨ। ਫਿਰ ਅਗਲੇ ਬੰਨੇ ਕਹਿ ਰਹੇ ਨੇ ਕਿ ਉਹ 9 ਨਿਧੀਆਂ ਜੋ ਤੁਹਾਨੂੰ ਸਿੱਧੀਆਂ ਮਿਲ ਜਾਂਦੀਆਂ। ਵੈਸੇ ਜਦੋਂ ਮਨ ਇਕਾਗਰ ਹੋ ਜਾਂਦਾ, ਤੁਸੀਂ ਬੋਲੋਗੇ ਤੇ ਵਾਕ ਸਿੱਧੀ ਮਿਲ ਜਾਂਦੀ ਹੈ। ਤੁਸੀਂ ਕੁਝ ਬੋਲੋਗੇ ਤੇ ਉਹ ਹੋ ਸਕਦਾ। ਸੋ ਕੋਸ਼ਿਸ਼ ਕਰਿਓ। ਵੈਸੇ ਵੀ ਪ੍ਰਮਾਤਮਾ ਨੂੰ ਕਹੋ ਕਿ ਮੈਨੂੰ ਏਦਾਂ ਦੀ ਕੋਈ ਸ਼ਕਤੀ ਨਾ ਦੇਵੀਂ ਜਿਹੜੀ ਮੈਂ ਹਜਮ ਨਾ ਕਰ ਸਕਾਂ। ਠੀਕ ਹੈ ਜੀ। ਤੇ ਫਿਰ ਇੱਕ ਲਾਸਟ ਦੇ ਬੋਲ ਰਹੇ ਨੇ ਜਾਂ ਤੂੰ ਮਿਹਰਬਾਨ ਤਾਂ ਨਾਨਕ ਸੱਚ ਸਮਾਏ। ਤੇ ਜਦੋਂ ਮਿਹਰਬਾਨ ਹੋ ਜਾਂਦਾ ਹੈ, ਉਹ ਫਿਰ ਮਿਹਰਬਾਨੀ ਹੈ ਜੋ ਤੁਹਾਨੂੰ ਸੰਗਤ ਦੇ ਦਿੱਤੀ ਹੈ, ਬਾਕੀ ਤਾਂ ਕੁਛ ਵੀ ਨਹੀਂ ਰਹਿ ਗਿਆ। ਫਿਰ ਤੁਸੀਂ ਮਿਹਨਤ ਕਰਨੀ ਹੈ ਤੇ ਉਹ ਜਿਹੜਾ ਮੰਤਰ ਹੈ ਉਹਨੂੰ ਕਮਾ ਲੈਣਾ। ਕਮਾਉਣ ਦਾ ਮਤਲਬ ਏਦਾਂ ਹੀ ਹੈ ਕਿ ਜਿੱਦਾਂ ਆਪਾਂ ਪੈਸੇ ਨਹੀਂ ਕਮਾਉਂਦੇ, ਇਸੇ ਤਰ੍ਹਾਂ ਹੀ ਸੰਸਾਰੀ ਬੰਦਾ ਜਿਹੜਾ ਪੈਸੇ ਕਮਾ ਕੇ ਜਾਂਦਾ ਹੈ, ਤੇ ਜਿਹੜਾ ਗੁਰਮੁਖ ਹੁੰਦਾ ਹੈ ਉਹ ਨਾਮ ਕਮਾ ਲੈਂਦਾ ਹੈ। ਨਾਮ ਰੂਪੀ ਉਹ ਧਨ ਇਕੱਠਾ ਕਰ ਲੈਂਦੇ ਆ। ਉਹ ਫਿਰ ਨਾਲ ਲੈ ਕੇ ਜਾਂਦੇ ਆ, ਪਰ ਸੰਸਾਰੀ ਗੰਦਮੰਦ ਲੈ ਜਾਂਦਾ ਹੈ। ਤੇ ਗੰਦਮੰਦ ਦੇ ਲਈ ਹੁੰਦੀਆਂ ਜੂਨੀਆਂ ਭੋਗਣਾ ਪਊਗਾ ਉਹਨੂੰ। ਤੇ ਜਿਹੜਾ ਗੁਰਮੁਖ ਹੈ ਉਹ ਨਾਲ ਨਾਮ ਲੈ ਕੇ ਜਾਂਦਾ ਹੈ, ਉਹ ਕਮਾਈ ਲੈ ਕੇ ਜਾਂਦਾ ਹੈ। ਪਾਣੀ ਚ ਕਹਿੰਦੇ ਜਿਨੀ ਨਾਮ ਤੇ ਆਇਆ ਗਿਆ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ। ਫਿਰ ਉਹਨਾਂ ਦੀ ਛੁੱਟੀ ਹੋ ਜਾਂਦੀ ਹੈ, ਕਿਉਂਕਿ ਉਹ ਨਾਮ ਤੇ ਚਾਹੀਦਾ। ਉੱਥੇ ਨਾਮ ਤੋਂ ਬਿਨਾਂ ਧਰਮਰਾਜ ਨਹੀਂ ਮੰਨਦਾ। ਧਰਮਰਾਜ ਮਤਲਬ ਇੱਕ ਗਰਭ ਮੰਡਲ, ਉਹਦੇ ਵਿੱਚੋਂ ਦੀ ਤੇ ਲੰਘ ਕੇ ਜਾਣਾ ਤੁਸੀਂ। ਅੱਗੇ ਬ੍ਰਹਮ ਆ, ਪਹਿਲਾਂ ਪਰ ਬ੍ਰਹਮ ਨਹੀਂ ਜੇਗਾ। ਗਰਭ ਜੂਨੀ ਦੇ ਵਿੱਚੋਂ ਤੁਹਾਨੂੰ ਲੰਘ ਕੇ ਹੀ ਜਾਣਾ ਪਊਗਾ। ਇਹੋ ਹੀ ਸਿਸਟਮ ਹੈ, ਕਿਉਂਕਿ ਆਖਰ ਤੇ ਬ੍ਰਹਮ ਆ, ਬ੍ਰਹਮ ਪਹਿਲਾਂ ਨਹੀਂ ਜੇਗਾ। ਔਰ ਜਿੱਥੇ ਨਾਲ ਤੁਹਾਡੇ ਕੋਲ ਟਿਕਟਾਂ ਹੈਗੀਆਂ ਨੇ, ਤੁਹਾਨੂੰ ਉੱਥੇ ਸਫ਼ਰ ਕਰਨਾ ਪਊਗਾ। ਇਹ ਤੁਸੀਂ ਜਿਉਂਦੇ ਜੀ ਟਿਕਟਾਂ ਸਾਰੀਆਂ ਖਰੀਦ ਕੇ ਰੱਖੀਆਂ ਨੇ। ਜਿੰਨੇ ਜ਼ਿਆਦਾ ਕਰਮ ਨੇ ਫਲਦਾਇਕ, ਤੁਸੀਂ ਸਮਝ ਲਓ ਕਿ ਉਹਨਾਂ ਜ਼ਿਆਦਾ ਟਰੈਵਲ ਕਰਨਾ। ਇਹ ਸਾਡੀ ਮਰਜ਼ੀ ਹੈ। ਠੀਕ ਹੈ ਜੀ। ਹਾਂਜੀ, ਅੱਗੇ ਆ ਜਾਓ ਨਿੱਜਰ ਸਾਹਿਬ ਜਾਂ ਵੀਰ ਜੀ। ਹਾਂਜੀ, ਅੱਗੇ ਕਹਿੰਦੇ ਜੀ ਮਹੱਲਾ ਪੰਜਵਾਂ, ਕੀਤੀ ਬਹਿਣ ਬਹਿਣੇ ਮੁੱਚ ਵਜਾਏ ਨਿਵਜ ਵਜਾਏ ਨਿਵਜ। ਉਹ ਕਹਿੰਦੇ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਬੇਅੰਤੀ ਕੀਤੀ ਇਹਨਾਂ ਥਾਵਾਂ ਤੇ ਬਹਿ ਕੇ ਇੱਥੇ ਚਲੇ ਗਏ, ਬਹੁਤ ਆਪਣੇ ਬਾਜੇ ਬੁਜੇ ਵਜਾ ਕੇ ਚਲੇ ਗਏ। ਤੇ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਰਹੀ ਆ ਲੱਜ। ਉਹ ਕਹਿੰਦੇ ਫਿਰ ਉਹ ਜਿਹੜੇ ਨਾਮ ਤੋਂ ਸੱਖਣੇ ਚਲੇ ਗਏ,
ਏਦਾਂ ਬਾਜੇ ਵਜਾ ਕੇ ਬੈਠੇ ਬਿਠਾਏ, ਏਦਾਂ ਕੋਈ ਉਹਨਾਂ ਨੇ ਨਾਲ ਕੋਈ ਰੱਬ ਨੂੰ ਚੇਤੇ ਨਹੀਂ ਕੀਤਾ, ਨਾਮ ਦਾ ਧਿਆਨ ਨਹੀਂ ਕੀਤਾ, ਨਾਮ ਪ੍ਰਗਟ ਨਹੀਂ ਕੀਤਾ। ਉਹ ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਰਹੀ ਆ ਲੱਜ। ਤੇ ਫਿਰ ਉਹ ਆਪਣੀ ਇੱਜ਼ਤ ਗਵਾ ਕੇ ਚਲੇ ਗਏ, ਲੱਜ ਥੋੜੀ ਰਹੀ ਉਹਨਾਂ ਦੀ ਕੋਈ, ਉਹ ਲੂਜ਼ਰ ਹੋ ਕੇ ਚਲੇ ਗਏ। ਤੇ ਜਿਨ੍ਹਾਂ ਨੇ ਨਾਮ ਨੂੰ ਪ੍ਰਗਟ ਕਰ ਲਿਆ ਤੇ ਉਹ ਆਪਣਾ ਇੱਜ਼ਤ ਬਣਾ ਕੇ ਚਲੇ ਗਏ, ਉਹ ਜਿੱਤ ਕੇ ਚਲੇ ਗਏ, ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਜੀ ਵੀਰ ਜੀ। ਹਾਂਜੀ, ਬਿਜ਼ਨਸ ਕੀਤਾ, ਕਈਆਂ ਨੇ ਵਧੀਆ ਕੀਤਾ, ਸੱਚ ਖਰੀਦ ਲਿਆ ਤੇ ਕਈਆਂ ਨੇ ਝੂਠ ਖਰੀਦ ਲਿਆ। ਹੁਣ ਤੁਸੀਂ ਨਕਲੀ ਕਰੰਸੀ ਵੇਖਿਆ ਨਾ, ਨਕਲੀ ਕਰੰਸੀ ਦੀ ਕੀ ਕੀਮਤ ਹੈ? ਉਹਨੇ ਪਾਵਰ ਨਾਲ ਨਹੀਂ ਚੱਲਦੀ ਜਿੰਨੀ ਪਾਵਰ ਨਾਲ ਅਸਲੀ ਕਰੰਸੀ ਚੱਲਦੀ ਹੈ। ਇਸ ਕਰਕੇ ਨਾਮ ਵੀ ਨਕਲੀ ਨਹੀਂ ਚਾਹੀਦਾ, ਅਸਲੀ ਚਾਹੀਦਾ ਹੈ ਤੁਹਾਡਾ ਆਪਣਾ। ਜੇਕਰ ਜਿਹੜਾ ਗਿਆਨ ਤੁਹਾਡਾ ਨਹੀਂ ਹੈ, ਸੱਚੋ ਹੈ ਵੀ ਨਹੀਂ, ਜਿਹੜਾ ਤੁਸੀਂ ਪੜ੍ਹ ਲਿਆ ਇਹ ਤੇ ਤੁਹਾਡਾ ਥੋੜੀ ਹੈ, ਇਹ ਤੇ ਉਸ ਇਨਸਾਨ ਦਾ ਜਿਹਨੇ ਲਿਖਿਆ, ਜਿਹਨੇ ਜਾਣਿਆ। ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ, ਦੂਸਰੀ ਔਰਤ ਨੇ ਕੇਵਲ ਉਸ ਦੁਆਰਾ ਲਿਖੀ ਕਿਤਾਬ ਪੜ੍ਹੀ। ਆਪ ਜਸਟ ਸੋਚੋ, ਸੇਮ ਹੈ? ਨਹੀਂ, ਇਹ ਬਿਲਕੁਲ ਸੇਮ ਨਹੀਂ ਹੈਗਾ। ਤੇ ਇਸ ਕਰਕੇ ਉਹ ਕਹਿ ਰਹੇ ਨੇ ਕਿ ਬਈ ਜੋ ਤੇਰਾ ਹੈ ਉਹਨੂੰ ਪ੍ਰਾਪਤ ਕਰ। ਤੇ ਜੇਕਰ ਤੇਰੇ ਕੋਲ ਕੁਛ ਹੈ ਨਹੀਂ ਹੈ ਤੇ ਫਿਰ ਕਾਹਨੂੰ ਆਪਣੇ ਮਨ ਨੂੰ ਸਮਝਾਉਂਦੇ ਆ? ਕਈ ਵਾਰੀ ਨਾ ਆਪਾਂ ਆਪਣੇ ਮਨ ਨੂੰ ਸਮਝਾ ਦਿੰਦੇ ਆ, ਕਨਵਿੰਸ ਕਰ ਦਿੰਦੇ ਆ। ਸਾਡੇ ਕੋਲ ਬੁੱਧੀ ਹੁੰਦੀ ਨਾ ਕਿ ਛੱਡ ਖੜਾ ਯਾਰ, ਕੀ ਕਰਨਾ, ਇਹ ਹੈਗਾ ਬਹੁਤ ਵਧੀਆ। ਉਹ ਜਿਹੜਾ ਫੈਸਲਾ ਹੈ ਨਾ ਏਡਾ ਵਧੀਆ ਨਹੀਂ ਆ। ਉਹ ਕੇਵਲ ਅਸੀਂ ਆਪਣੇ ਆਪ ਨੂੰ ਕੰਮ ਕਰਨ ਤੋਂ ਰੋਕਣ ਦੇ ਲਈ, ਆਪਣੇ ਆਪ ਨੂੰ ਆਰਾਮ ਦੇਣ ਦੇ ਲਈ ਮਨ ਨੂੰ ਕਨਵਿੰਸ ਕਰ ਦਿੱਤਾ, ਛੱਡ ਖੜਾ ਯਾਰ, ਮਿੱਟੀ ਪਾ। ਅਸਲ ਦੇ ਵਿੱਚ ਉਹ ਸੱਚ ਸੀ ਕਿ ਝੂਠ ਸੀ, ਇਹਦਾ ਫੈਸਲਾ ਸਾਨੂੰ ਖੁਦ ਕਰਨਾ ਚਾਹੀਦਾ। ਕਿਤੇ ਆਪਣੇ ਆਪ ਨੂੰ ਅਸੀਂ ਧੋਖੇ 'ਚ ਤੇ ਨਹੀਂ ਲੈ ਕੇ ਜਾ ਰਹੇ। ਜਿਹੜੀ ਚੀਜ਼ ਖਾਦੇ ਆ ਤੁਹਾਡੀ ਤ੍ਰਿਪਤੀ ਹੋਣੀ ਆ, ਤੇ ਤੁਸੀਂ ਪੇਪਰ ਤੇ ਬਣਾ ਕੇ ਨਕਲੀ ਖਾ ਲੋਗੇ, ਕੀ ਤੁਹਾਡੇ ਅੰਦਰ ਤ੍ਰਿਪਤੀ ਹੋਏਗੀ? ਨਹੀਂ, ਬਿਲਕੁਲ ਨਹੀਂ ਹੋਏਗੀ। ਹਾਂਜੀ, ਅੱਗੇ ਚੱਲੀਏ ਵੀਰ ਜੀ। ਅੱਗੇ ਵੀਰ ਜੀ ਉਹ ਪੌੜੀ ਆ ਗਈ ਜੀ। ਉਹ ਕਹਿੰਦੇ ਤੁਧ ਧਿਆਨ ਵੇਦ ਕਤੇਬਾ ਸਣ ਖੜੇ। ਉਹ ਕਹਿੰਦੇ ਪ੍ਰਮਾਤਮਾ ਤੇਰੇ ਦਰ ਤੇ ਤੈਨੂੰ ਖੜ ਕੇ ਸਿਮਰ ਰਹੇ ਨੇ, ਸਣ ਖੜੇ। ਕੌਣ? ਆ ਵੇਦ ਕਤੇਬਾਂ, ਇਹ ਸਾਰੇ ਜਿਹੜੇ ਨੇ ਉਹ ਤੈਨੂੰ ਖੜੇ ਸਿਮਰ ਰਹੇ ਨੇ। ਗਣਤੀ ਗਣੀ ਨਾ ਜਾਏ ਤੇਰਾ ਦਰ ਪੜੇ। ਉਹ ਕਹਿੰਦੇ ਇੰਨੇ ਕੁ ਜੀਵ ਤੇਰੇ ਦਰ ਤੇ ਡਿੱਗੇ ਹੋਏ, ਤੇਰੇ ਦਰ ਤੇ ਪੜੇ ਹੋਏ ਨੇ, ਗਿਣੇ ਡਿੱਗੇ ਹੋਏ ਨੇ ਕਿ ਉਹਨਾਂ ਦੀ ਗਿਣਤੀ ਨਹੀਂ ਮੈਂ ਕਰ ਸਕਦਾ। ਅੱਗੇ ਕਹਿੰਦੇ ਬ੍ਰਹਮੇ ਤੁਧ ਧਿਆਨ ਇੰਦਰ ਇੰਦਰਾਸਣਾ। ਕਹਿੰਦੇ ਬ੍ਰਹਮੇ ਵਰਗੇ ਇੰਦਰ ਔਰ ਇੰਦਰਾਂ ਦੇ ਵੀ ਅੱਗੇ ਜਿਹੜੇ ਸਿੰਘਾਸਨ ਵੱਡੇ, ਉਹ ਸਾਰੇ ਕਹਿੰਦੇ ਤੈਨੂੰ ਹੀ ਧਿਆ ਰਹੇ ਨੇ ਇਹ ਪ੍ਰਮਾਤਮਾ। ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਬਣਾ। ਇਹ ਬਹੁਤ ਸਾਰੇ ਸ਼ਿਵ ਜੀ, ਵਿਸ਼ਨੂੰ ਦੇ ਅਵਤਾਰ, ਉਹ ਕਹਿੰਦੇ ਤੇਰਾ ਜਸ ਜਿਹੜਾ ਉਹਦੇ ਮੂੰਹ ਦੇ ਨਾਲ ਭੰਨ ਰਹੇ ਨੇ, ਉਚਾਰ ਰਹੇ ਨੇ। ਪੀਰ ਪਿਕਾਬਰ ਸੇਖ ਮਸਾਇਕ ਔਲੀਏ। ਜਿੰਨੇ ਵੀ ਪੀਰ, ਕਈ ਸ਼ੇਖ, ਪੈਗੰਬਰ, ਬਹੁਤ ਸਾਰੇ, ਉਹ ਵੀ ਤੇਰੇ ਕਹਿੰਦੇ ਜਿਹੜੇ ਉਹ ਗੁਣ ਗਾ ਰਹੇ ਨੇ। ਤੇ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਹੁਣ ਘਟ ਘਟ ਦੇ ਵਿੱਚ ਤੂੰ ਮੌਲਿਆ ਹੋਇਆ, ਪ੍ਰਫੁੱਲਤ ਹੈ। ਘਟ ਘਟ ਹਰ ਇੱਕ ਜੀਵ ਦੇ ਅੰਦਰ, ਹਰ ਤਾਣੇ ਪੇਟੇ ਜਿੱਦਾਂ ਇੱਕ ਮੋਤੀਆਂ ਦੀ ਮਾਲਾ ਦੇ ਵਿੱਚ ਉਹ ਪਰੋਇਆ, ਧਾਗੇ ਦੇ ਵਿੱਚ ਪਰੋਇਆ, ਇਸੇ ਤਰ੍ਹਾਂ ਹੀ ਸਾਰਾ ਸੰਸਾਰ ਦੇ ਅੰਦਰ ਪਰੋ ਕੇ ਤੂੰ ਆਪ ਹੀ ਉਹਨੂੰ ਉਸ ਤਾਣੇ ਦੇ ਵਿੱਚ ਪੇਟਾ ਆਪਸ ਦੇ ਵਿੱਚ ਤੂੰ ਨੇ ਮਿਲਾ ਰੱਖੇ ਨੇ ਸਾਰੇ। ਤੂੰ ਹਰ ਇੱਕ ਜੀਵ ਦੇ ਅੰਦਰ ਤੂੰ ਆਪ ਹੀ ਓਤ ਪੋਤ ਹੈ ਉਸ ਨਿਰੰਕਾਰ, ਇਹ ਪ੍ਰਮਾਤਮਾ। ਉਹ ਕਹਿੰਦੇ ਕੂੜੋਂ ਕਰੇ ਵਿਨਾਸ਼ ਧਰਮੇ ਤੱਗੀ ਹੈ। ਹੁਣ ਝੂਠ ਦੇ ਕਰਕੇ ਜਿਹੜਾ ਉਹ ਜਿਹੜੇ ਜੀਵ ਨੇ ਉਹ ਆਪਣਾ ਨਾਸ਼ ਕਰ ਲੈਂਦੇ ਆ, ਤੇ ਧਰਮੇ ਤੱਗੀ ਹੈ। ਤੇ ਧਰਮ ਦੇ ਰਾਹੀਂ ਜਿਹੜਾ ਜੋ ਸਾਨੂੰ ਹੁਕਮ ਹੈ, ਹੁਕਮ ਦੇ ਵਿੱਚ ਰਹਿਣ ਦੇ ਨਾਲ, ਉਹ ਜੋ ਹੁਕਮ ਦੇ ਰਾਹੀਂ ਧਰਮ ਜਦੋਂ ਆ ਜਾਂਦਾ ਅੰਦਰ, ਤਾਂ ਫਿਰ ਉਹਨਾਂ ਦੀ ਤੋੜ ਨਿਭ ਜਾਂਦੀ ਹੈ। ਲਾਸਟ ਕਹਿੰਦੇ ਕਿ ਜਿੱਤ ਜਿੱਤ ਲਾਈ ਹੈ ਆਪ ਤਿੱਤ ਤਿੱਤ ਲੱਗੀ ਹੈ। ਪਰ ਕਹਿੰਦੇ ਉਹ ਕਰਮਾਂ ਦੇ ਹਿਸਾਬ ਨਾਲ ਜਿੱਧਰ ਜਿੱਧਰ ਤੂੰ ਲਾਈ ਜਾਂਦਾ ਉਧਰ ਉਧਰ ਲੱਗੀ ਜਾਂਦੇ ਆ ਸਾਰੇ। ਕਿਉਂ? ਇਹ ਜੀਵਾਂ ਦੇ ਕੋਈ ਵੱਸ ਨਹੀਂ ਹੈ, ਕੁਛ ਆਪਣੇ ਵੱਸ ਨਹੀਂ ਹੈ ਉਹਨਾਂ ਦੇ। ਉਹ ਕਹਿੰਦੇ ਵੀ ਉਹ ਇਸੇ ਕਰਕੇ ਉਹ ਬਸ ਸਾਰੀ ਉਹ ਦੱਸ ਰਹੇ ਨੇ ਕਿ ਵੀ ਤੇਰੇ ਦਰ ਤੇ ਸਾਰੇ ਤੈਨੂੰ ਹੀ ਧਿਆ ਰਹੇ ਨੇ, ਤੇ ਤੂੰ ਹੀ ਸਾਰਾ ਕੁਛ ਕਰ ਰਹੇ। ਤੇ ਸਾਨੂੰ ਜੋ ਹੁਕਮ ਹੈ ਅਸੀਂ ਉਹ ਕਰੀਏ, ਕਿਉਂਕਿ ਉਹ ਦੱਸ ਵੀ ਰਹੇ ਨੇ ਪਹਿਲਾਂ ਵੀ ਕਿ ਵੀ ਉਹ ਕਿਤੇ ਹੀ ਇੱਥੇ ਬੈਠ ਕੇ ਚਲੇ ਗਏ। ਇਸ ਕਰਕੇ ਬਿਨਾਂ ਨਾਮ ਤੋਂ ਸਖਣੇ ਜੇ ਰਹਿਣਾ ਤਾਂ ਆਪਣੀ ਇੱਜ਼ਤ ਗਵਾ ਕੇ ਜਾਣਾ ਪਏਗਾ। ਇਸ ਕਰਕੇ ਅਸੀਂ ਆਪਣੇ ਨਾਮ ਨਾਲ ਜੁੜੀਏ, ਜੋ ਆਪਣਾ ਨਾਮ ਹੈ ਪ੍ਰਮਾਤਮਾ ਦਾ, ਉਹਦੇ ਨਾਲ ਜੁੜੀਏ ਜੀ। ਵੀਰ
ਹਾਂਜੀ, ਮੈਂ ਪਹਿਲੇ ਲਾਸਟ ਤੁਕ ਦੀ ਥੋੜੀ ਵਿਆਖਿਆ ਕਰਦਾ। ਜਿੱਤ ਜਿੱਤ ਲਾਈਏ ਆਪ ਤਿੱਤ ਤਿੱਤ ਲੱਗੀਏ। ਦੇਖੋ ਪਤਾ ਕੀ ਹੁੰਦਾ ਹੈ ਕਿ ਪ੍ਰਮਾਤਮਾ ਨੇ ਆਪਸ਼ਨ ਦਿੱਤਾ ਹੈ, ਤੁਸੀਂ ਜਾ ਸਕਦੇ ਜੋ, ਪ੍ਰਮਾਤਮਾ ਤੁਹਾਨੂੰ ਰੋਕਦਾ ਨਹੀਂ ਆ। ਤੁਸੀਂ ਕਾਮ ਤੇ ਜਾ ਸਕਦੇ ਆ, ਕ੍ਰੋਧ ਤੇ ਜਾ ਸਕਦੇ ਆ, ਲੋਭ ਤੇ ਜਾ ਸਕਦੇ ਆ, ਮੋਹ ਤੇ ਜਾ ਸਕਦੇ ਆ, ਹੰਕਾਰ ਤੇ ਜਾ ਸਕਦੇ ਆ। ਤੁਹਾਨੂੰ ਕੋਈ ਸਟਾਪ ਨਹੀਂ ਕਰਨ ਵਾਲਾ ਹੈਗਾ। ਕੋਈ ਪ੍ਰਮਾਤਮਾ ਨੇ ਸਾਨੂੰ ਔਗਣਾ ਚ ਨਹੀਂ ਲਾਇਆ। ਇਹ ਗੱਲ ਇੱਥੇ ਕਲੀਅਰ ਕਰਨੀ ਜ਼ਰੂਰੀ, ਕਿਉਂਕਿ ਪ੍ਰਮਾਤਮਾ ਨੇ ਤੇ ਸਾਨੂੰ ਇਨਸਾਨ ਬਣਾਇਆ। ਦੇਖੋ ਹੁਣ ਤੁਹਾਡੇ ਅੰਦਰ ਜਿਹੜਾ ਜੀਵ ਹੈ ਉਹਨੂੰ ਕਾਫੀ ਹੱਦ ਤੱਕ ਪਤਾ ਵਾ। ਬਾਣੀ ਕਹਿੰਦੀ ਜਾਣਤ ਵੀ ਔਗਣ ਕਰੇ। ਇੱਕ ਤੇ ਹੁੰਦਾ ਨਾ ਕਿ ਬੰਦਾ, ਉਹਨੂੰ ਛੋਟਾ ਬੱਚਾ ਹੈ, ਉਹਨੂੰ ਨਹੀਂ ਪਤਾ ਹੀ ਨਹੀਂ ਵਿਚਾਰੇ ਨੂੰ, ਪਰ ਬਾਣੀ ਕਹਿੰਦੀ ਜਾਣਤ ਵੀ ਔਗਣ ਕਰੇ। ਇਹਨੂੰ ਪਤਾ ਹੈ ਹਾਥ ਦੀ ਬਕੂਏ ਪੈਰ ਧਰੇ, ਕੂਏ ਚ ਪੈਰ ਵੀ ਧਰ ਲੈਂਦਾ। ਪਤਾ ਹੈ ਕਿ ਕੰਡਾ ਖਾਣ ਦੇ ਨਾਲ ਮੱਛੀ ਦੇ ਮੂੰਹ ਚ ਜਦੋਂ ਇਹ ਹੁੱਕ ਫਸ ਗਈ, ਮੱਛੀ ਨੂੰ ਪ੍ਰੋਬਲਮ ਹੋ ਜਾਣੀ ਹੈ। ਪਰ ਉਹ ਮੱਛੀ ਤੇ ਮਨੁੱਖ ਦੇ ਵਿੱਚ ਕੋਈ ਫਰਕ ਥੋੜੀ ਹੈਗਾ, ਆਪਾਂ ਸੇਮ ਹੀ ਆ। ਠੀਕ ਹੈ, ਤੇ ਫਿਰ ਕਹਿੰਦੇ ਆ ਹੁਣ ਅਗਲੇ ਬੰਨੇ ਕਹਿੰਦੇ ਤੁਧ ਧਿਆਈਏ ਬੇਦ ਕਤੇਬਾਂ ਸਣ ਖੜੇ। ਹੁਣ ਦੇਖੋ ਇਹਨਾਂ ਦੇ ਇਹ ਗੁਰਕੀ ਜੀ ਇਹਦਾ ਜਿਹੜਾ ਨਾ, ਇਹ ਮਹਾਰਾਜ ਕਹਿੰਦੇ ਕਿ ਬਈ ਇਹ ਗਿਆਨ ਦੇ ਨਾਲ ਨਾ ਇਹ ਵੇਦ ਔਰ ਕਿਤੇ ਮੁਸਲਮਾਨੀ ਜਿਹੜੇ ਹੈਗੇ ਆ ਧਾਰਮਿਕ ਪੁਸਤਕਾਂ, ਜਿਹੜੇ ਗ੍ਰੰਥ ਹੈਗੇ, ਉਹਨਾਂ ਦੇ ਨਾਲ ਹਰੇਕ ਧਰਮ ਦੇ ਵਿੱਚ ਦੇਖ ਲਓ, ਬਸ ਸਿਰਫ ਜਿਹੜਾ ਹੈਗਾ ਇਹ ਗਿਆਨ ਨੂੰ ਹੀ ਪੜ੍ਹੀ ਜਾਂਦੇ ਆ। ਬਸ ਇਹੀ ਸਮਝਦੇ ਵੀ ਅਸੀਂ ਜਿਹੜੇ ਹੈਗੇ ਇਹ ਭਗਤੀ ਕਰ ਲਈ ਔਰ ਮਾਲਕ ਜਿਹੜਾ ਹੈਗਾ ਉਹਦੀ ਨੇੜਤਾ ਪ੍ਰਾਪਤ ਕਰ ਲਵਾਂਗੇ। ਗਿਣਤੀ ਗਣੀ ਨਾ ਜਾਏ ਤੇਰੇ ਦਰ ਪੜੇ, ਕਹਿੰਦੇ ਗਿਣਤੀ ਨਹੀਂ ਗਿਣੀ ਜਾ ਸਕਦੀ। ਇੰਨੇ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਜਿਹੜੇ ਹੈਗੇ ਇਹ ਕਰਮ ਕਾਂਡ ਕਰ ਰਹੇ ਆ। ਬ੍ਰਹਮਾ ਵਰਗੇ ਦੇਖ ਲਓ, ਬ੍ਰਹਮੇ ਤੁਧ ਧਿਆਨ ਇੰਦਰ ਇੰਦਰਾਸਣਾ। ਇੰਦਰ ਵੀ ਆਪਣੇ ਉਹਦੇ ਆਸਣ ਦੇ ਉੱਤੇ ਉਹ ਵੀ ਜਿਹੜਾ ਹੈਗਾ ਆਪਣਾ ਮਾਲਕ ਪਰਮਾਤਮਾ ਨੂੰ, ਬ੍ਰਹਮਾ ਵੀ ਆਪਣੇ ਹਿਸਾਬ ਦੇ ਨਾਲ ਮਾਲਕ ਨੂੰ ਜਿਹੜਾ ਹੈਗਾ ਧਿਆਨ ਕਰ ਰਿਹਾ ਹੈ। ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ। ਔਰ ਸ਼ੰਕਰ ਵਿਸ਼ਨੂੰ ਬਾਰ-ਬਾਰ ਉਹ ਅਵਤਾਰਾਂ ਦੇ ਵਿੱਚ ਆਉਂਦੇ ਆ ਤੇ ਪਰਮੇਸ਼ਰ ਦਾ ਜਿਹੜਾ ਹੈਗਾ ਜਸ ਜਿਹੜਾ ਹੈਗਾ ਮੁਖ ਦੇ ਨਾਲ ਭਣਦੇ ਆ। ਪੀਰ ਪੈਗੰਬਰ ਸੇਖ ਮਸਾਏ ਕੌਲੀਏ। ਇੰਨੇ ਜਿਹੜੇ ਹੈਗੇ ਪੀਰ ਹੈਗੇ ਆ, ਪੈਗੰਬਰ ਹੈਗੇ ਆ, ਜਿਸ ਤਰ੍ਹਾਂ ਹਜ਼ਰਤ ਮੁਹੰਮਦ ਹੋ ਗਏ, ਗੁਰੂ ਨਾਨਕ ਹੋ ਗਏ, ਸਾਰੇ ਜਿਹੜੇ ਹੈਗੇ ਇਹ ਪੈਗੰਬਰ ਜਿਹੜੇ ਜਿਨ੍ਹਾਂ ਨੇ ਅਚੀਵ ਕਰ ਲਿਆ ਟਾਰਗੇਟ। ਸੇਖ ਮਸਾਇਕ ਔਲੀਏ ਜਿਹੜੇ ਹੈਗੇ ਉਹ ਵੀ ਜਿਹੜੇ ਹੈਗੇ ਆ ਮਾਲਕ ਪਰਮਾਤਮਾ ਦੀ ਬੰਦਗੀ ਕਰਦੇ ਆ। ਓਤ ਪੋਤ ਨਿਰੰਕਾਰ ਘਟ ਘਟ ਮੌਲਿਆ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਹਰੇਕ ਘਟ ਘਟ ਦੇ ਵਿੱਚ ਮੌਲਿਆ ਹੋਇਆ ਹੈ। ਓਤ ਪੋਤ ਹੈਗਾ ਉਹ ਮਾਲਕ ਪਰਮਾਤਮਾ, ਹਰੇਕ ਦੇ ਅੰਦਰ ਹੈਗਾ ਉਹ ਮਾਲਕ ਪਰਮਾਤਮਾ। ਆਖਰੀ ਦੇ ਵਿੱਚ ਆਪਾਂ ਨੂੰ ਦੱਸ ਰਿਹਾ ਕੂੜੋਂ ਕਰੇ ਵਿਨਾਸ਼ ਧਰਮੇ ਤਗੀਏ। ਜੇ ਕੂੜ ਦੇ ਨਾਲ ਆਪਾਂ ਲੱਗੇ ਹੋਏ ਆ ਭਾਈ, ਧਰਮ ਨਹੀਂ ਹੈਗਾ। ਧਰਮ ਜੋ ਜਿਸ ਕੰਮ ਵਾਸਤੇ, ਜਿਹੜਾ ਮਾਲਕ ਕਹਿੰਦਾ ਸਰਬ ਧਰਮ ਮੇ ਸ਼੍ਰੇਸ਼ਠ ਧਰਮ ਹਰ ਕੋ ਨਾਮ ਜਪੇ ਨਿਰਮਲ ਕਰਮ, ਜੇ ਆਹ ਕੰਮ ਨਹੀਂ ਕਰ ਰਹੇ ਆਪਾਂ ਤੇ ਭਾਈ ਫਿਰ ਕੂੜ ਦੇ ਨਾਲ ਲੱਗੇ ਹੋਏ ਆ, ਕਰਮ ਕਾਂਡਾਂ ਦੇ ਨਾਲ ਲੱਗੇ ਹੋਏ ਆ, ਤੇ ਇਹਦੇ ਨਾਲ ਡੈਫੀਨੇਟਲੀ ਵਿਨਾਸ਼ ਹੋਏਗਾ। ਤੇ ਜਿਹੜਾ ਧਰਮ ਦੇ ਨਾਲ, ਧਰਮ ਜਿਹੜਾ ਹੈ ਜੋ ਇਨਸਾਨ ਦਾ ਧਰਮ ਹੈ, ਜੋ ਆਪਾਂ ਦੁਨੀਆ 'ਚ ਆਏ ਹਾਂ, ਆਪਣਾ ਧਰਮ ਹੈਗਾ ਬੰਦਗੀ ਕਰਨੀ, ਆਪਣੀ ਆਤਮਾ ਨੂੰ ਬੁੱਝਣਾ। ਤੇ ਜਿਹੜਾ ਇਸ ਤਰ੍ਹਾਂ ਜਿਹੜਾ ਹੈਗਾ ਧਰਮ ਦੇ ਨਾਲ ਲੱਗਦਾ ਹੈ ਤੇ ਉਹ ਜਿਹੜਾ ਹੈਗਾ ਤੱਗ ਜਾਂਦਾ ਹੈ। ਤੱਗਣਾ ਕੀ ਹੈ ਬਈ, ਮਨੁੱਖੀ ਜੂਨ ਜਿਹੜੀ ਹੈਗੀ ਸਫਲ ਕਰ ਜਾਂਦਾ ਹੈ। ਜਿੱਤ ਜਿੱਤ ਲਾਏ ਆਪ ਤਿੱਤ ਤਿੱਤ ਲੱਗੀਏ। ਇਹ ਜਿਹੜੇ ਸਲਾਟ ਹੈਗੇ ਆ ਇਹ ਮਾਲਕ ਪਰਮਾਤਮਾ ਨੇ ਬਣਾਏ ਹੋਏ ਆ ਭਾਈ। ਮਾਇਆ ਦਾ ਗਿਆਨ ਜਿਹੜਾ ਹੈਗਾ, ਵੇਦ ਕਤੇਬ, ਸਾਰੇ ਧਾਰਮਿਕ ਪੁਸਤਕਾਂ ਜਿਹੜੀਆਂ ਹੋਈਆਂ, ਹੋਰ ਕਿਤੇ ਤੀਰਥਾਂ 'ਤੇ ਨਾਉਣਾ, ਇਹ ਸਾਰਾ ਦਾ ਸਾਰਾ ਮਾਲਕ ਪਰਮਾਤਮਾ ਨੇ ਪ੍ਰੋਵੀਜ਼ਨ ਕੀਤਾ ਹੋਇਆ ਹੈ। ਤੇ ਇਹਨਾਂ ਦੇ ਵਿੱਚ ਹੀ ਜਿਹੜੇ ਹੈਗੇ ਆਪਾਂ ਗਤੀ ਕਰ ਸਕਦੇ ਹਾਂ ਭਾਈ। ਜਿੱਤ ਜਿੱਤ ਲਾਏ ਆਪ ਤਿੱਤ ਤਿੱਤ ਲੱਗੀਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਲਾਸਟ ਦੋ ਤੁਕਾਂ ਦੀ ਆਪਾਂ ਵਿਆਖਿਆ ਕਰਨੀ ਹੈ। ਇੱਕ ਤੇ ਕਹਿੰਦੇ ਕਿ ਜੇ ਤੁਸੀਂ ਕੂੜ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਜੋ, ਤੇ ਫਿਰ ਕੋਈ ਧਰਮ ਦੇ ਵਿੱਚ ਜੀਵਨ ਬਤੀਤ ਕਰਦੇ ਜੋ, ਇਹ ਦੋ ਚੀਜ਼ਾਂ ਹੈਗੀਆਂ ਨਾ, ਤੇ ਦੋਨਾਂ ਦੇ ਜਿਹੜੇ ਰਿਜ਼ਲਟ ਨੇ ਉਹ ਅਲੱਗ ਅਲੱਗ ਨੇ।
ਜੇ ਤੇ ਆਪਾਂ ਕੂੜ ਦੇ ਨਾਲ ਜੀਵਨ ਬਤੀਤ ਕਰਾਂਗੇ ਤੇ ਫਿਰ ਕੂੜ ਦੇ ਵਿੱਚ ਤੇ ਧਰਮਰਾਜ ਕੋਈ ਜਾਣਾ ਪੈਣਾ। ਜੇ ਸੱਚ ਦੇ ਵਿੱਚ ਆਪਾਂ ਜਾਂਦੇ ਆ ਤੇ ਨੈਚੁਰਲੀ ਆਪਾਂ ਮੁਕਤ ਹੋ ਜਾਂਦੇ। ਦੇਖੋ ਇੱਕ ਚੀਜ਼ ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾ, ਇੱਕ ਤੇ ਹੁੰਦਾ ਨਾ ਮਰਨ ਤੋਂ ਬਾਅਦ ਕੋਈ ਸੁੱਖ ਮਿਲ ਜਾਏਗਾ, ਉੱਥੇ ਕੋਈ ਸੁੱਖ ਨਹੀਂ ਹੈਗਾ। ਉੱਥੇ ਤੁਸੀਂ ਆਤਮਾ ਦੇ ਵਿੱਚ ਵਿਲੀਨ ਹੋ ਜਾਣੀ, ਤੁਹਾਡੀ ਜਿਹੜੀ ਅੰਦਰ ਚੇਤਨਾ ਹੈਗੀ ਨਾ ਆਤਮਾ, ਉਹ ਬ੍ਰਹਮ ਚ ਵਿਲੀਨ ਹੋ ਜਾਣੀ, ਉੱਥੇ ਕੋਈ ਅਨੁਭਵ ਨਹੀਂ ਹੈਗਾ। ਗੱਲ ਸਟਾਪ ਹੋ ਗਈ। ਜਿਹੜਾ ਚਰਨਜੀਤ ਸੀ, ਜਿਹੜਾ ਭਟਕ ਰਿਹਾ ਸੀ, ਉਹ ਵਾਪਸ ਚਲ ਗਿਆ ਸੋਰਸ, ਸੂਰਜ ਕਿਰਨ ਦੇ ਵਿੱਚ ਰਲ ਗਈ ਆ, ਖਤਮ, ਕੰਮ ਪੂਰਾ ਹੋ ਗਿਆ। ਬੂੰਦ ਸਾਗਰ 'ਚ ਗਈ, ਗੱਲ ਖਤਮ ਹੋ ਗਈ। ਬੂੰਦ ਬੂੰਦ ਨਹੀਂ ਰਹੀ, ਸਾਗਰ ਹੋ ਗਈ। ਹੁਣ ਬੂੰਦ ਦੀ ਕੋਈ ਆਪਣੀ ਵਿਅਸਥਾ ਨਹੀਂ ਹੈ, ਉਹਦੀ ਪੂਰਨਤਾ ਸੂਰਜ ਵਿੱਚ ਸਾਗਰ ਵਿੱਚ ਮਿਲਣ ਵਿੱਚ ਹੀ ਆ। ਉਸ ਤੋਂ ਬਾਅਦ ਆਪਾਂ ਰਹਿਣਾ ਨਹੀਂ ਆ, ਆਪਾਂ ਚੱਲ ਜਾਣਾ। ਤੇ ਜੇਕਰ ਆਪਾਂ ਨਹੀਂ ਕਰਦੇ ਤੇ ਫਿਰ ਤੇ ਸੰਸਾਰ ਤੇ ਹੈਗਾ ਹੀ ਹੈਗਾ। ਆ ਥੱਲੇ ਬੰਨੇ ਕਹਿੰਦੇ ਨੇ ਜੇ ਤੂੰ ਧਰਮ ਦੇ ਵਿੱਚ ਇੰਟਰਸਟ ਨਹੀਂ ਰੱਖਦਾ ਤੇ ਆਪਣੀ ਮਰਜ਼ੀ ਕਰਦਾ ਤੇ ਫਿਰ ਧਰਮਰਾਜ ਤੇ ਫਿਰ ਚੱਲੀ ਜਾਏਗਾ ਨਾ। ਧਰਮਰਾਜ ਜਿੱਦਾਂ ਦੀ ਤੇਰੀ ਵਸਤੂ ਹੈਗੀ ਤੈਨੂੰ ਉਹਦੇ ਹਿਸਾਬ ਨਾਲ ਤੈਨੂੰ ਵਸਤੂ ਮਿਲਦੀ ਜਾਣੀ। ਤੇ ਫਿਰ ਕਹਿੰਦੇ ਆ ਜਿੱਤ 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 ਲਾਏ ਆਪ ਤੇ ਫਿਰ ਜਿੱਥੇ ਜਿੱਥੇ ਬੰਦਾ ਤੁਰਿਆ ਫਿਰਦਾ, ਬੰਦੇ ਦੀ ਆਪਣੀ ਮਰਜ਼ੀ ਹੈ ਬਈ। ਤੁਸੀਂ ਰੱਬ ਕੋਲ ਚੱਲ ਜਾਓ, ਰੱਬ ਨੇ ਤੁਹਾਨੂੰ ਰੱਬ ਦੇ ਦੇਣਾ, ਆਪਣਾ ਆਪ ਦੇ ਦੂਗਾ। ਤੁਸੀਂ ਮਾਇਆ ਮੰਗ ਲਓ ਤੇ ਰੱਬ ਮਾਇਆ ਦੇ ਦਿੰਦਾ। ਇਹ ਤੇ ਡਿਮਾਂਡ ਐਂਡ ਸਪਲਾਈ ਹੈ। ਹੁਣ ਤੁਹਾਡੇ ਘਰ 'ਚ ਤੁਸੀਂ ਮੰਗੋ ਰੋਟੀ ਜਾਂ ਤੁਸੀਂ ਪਰੌਂਠਾ ਮੰਗੋ, ਇਹ ਤੁਹਾਡੀ ਮਰਜ਼ੀ ਹੈ, ਉਹ ਮੈਡਮ ਨੇ ਬਣਾ ਕੇ ਲੈ ਆਉਣੀ ਆ। ਤੇ ਜਿੱਦਾਂ ਤੁਸੀਂ ਨਹੀਂ ਡਿਮਾਂਡ ਕਰਨੀ, ਕੁਛ ਵੀ ਨਹੀਂ ਹੋਣਾ। ਇਸੇ ਲਈ ਬਾਣੀ ਵੀ ਕਹਿੰਦੀ ਹੈ ਕਿ ਜਿਹੜਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਅੰਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਇਆ ਪਰਸੋਂ ਕਿਰਪਾ ਕਰ। ਇਹ ਡਿਮਾਂਡ ਐਂਡ ਸਪਲਾਈ ਹੈ। ਤੁਸੀਂ ਡਿਮਾਂਡ ਕਰੋਗੇ ਤਾਂ ਹੀ ਪ੍ਰਕਿਰਤੀ ਨੇ ਦੇਣੀ ਹੈ ਚੀਜ਼, ਉਹ ਗੁਪਤ ਹੈਗੀ ਆ। ਤੇ ਉਹ ਫਿਰ ਮੰਤਰ ਜਿਹੜਾ ਤੁਹਾਨੂੰ ਕਮਾਉਣਾ ਪੈਣਾ ਜੀ। ਫਿਰ ਅੱਜ ਦੀ ਵਿਚਾਰ ਨਿਜਰ ਸਾਹਿਬ ਇੱਥੇ ਹੀ ਹੈ, ਹਨਾ? ਹਾਂਜੀ ਵੀਰ ਜੀ, ਬਿਲਕੁਲ ਵਧੀਆ ਜੀ, ਬਹੁਤ ਵਧੀਆ। ਹਾਂ ਦੇਖੋ, ਦੋ ਚਾਰ ਗੱਲਾਂ ਜੇ ਅੱਜ ਕੀਤੀਆਂ ਨੇ, ਅੱਜ ਆਪਾਂ ਗੱਲਾਂ ਕੀਤੀਆਂ ਕਿ ਪਹਿਲੀ ਗੱਲ ਤੇ ਤੁਸੀਂ ਮੰਗ ਲਓ ਤੁਹਾਨੂੰ ਮਿਲ ਜਾਏਗਾ, ਨਹੀਂ ਮੰਗੋਗੇ ਤੇ ਕੁਛ ਵੀ ਨਹੀਂ ਮਿਲੇਗਾ। ਇਹ ਤੁਹਾਡੀ ਮਰਜ਼ੀ ਹੈ, ਕੋਈ ਜ਼ਬਰਦਸਤੀ ਵਾਲਾ ਸੌਦਾ ਨਹੀਂ। ਸਧਾਰਨ ਤੌਰ ਤੇ ਅੱਜ ਵਿਚਾਰ ਕੀਤੀ ਗਈ ਹੈ ਕਿ ਜਿਹੜਾ ਬੰਦਾ ਹੁੰਦਾ ਵਾ ਉਸ ਕੇਵਲ ਸੈਲਫ ਦੇ ਬਾਰੇ ਸੋਚਦਾ, ਆਪਣੇ ਬਾਰੇ ਸੋਚਦਾ, ਉਹਨੂੰ ਕਿਸੇ ਨਾਲ ਕੋਈ ਇੰਟਰਸਟ ਨਹੀਂ। ਇੱਥੋਂ ਤੱਕ ਇਹ ਵੀ ਹੋ ਸਕਦਾ ਕਿ ਕੋਈ ਚੀਜ਼ ਲਿਆ ਕੇ ਬੰਦਾ ਇਕੱਲਾ ਵੀ ਖਾ ਲੇ, ਕਿਸੇ ਨੂੰ ਦਵੇ ਨਾ। ਇਹ ਬੰਦੇ ਦਾ ਸੁਭਾਅ ਹੁੰਦਾ। ਜੇ ਤੁਹਾਡੇ ਅੰਦਰ ਵੀ ਵੇਖੋ ਏਦਾਂ ਦੀ ਬਿਰਤੀ ਤੇ ਨਹੀਂ ਹੈਗੀ ਕਿ ਤੁਸੀਂ ਕੋਈ ਚੀਜ਼ ਜ਼ਿਆਦਾ ਖਾਣਾ ਚਾਹੁੰਦੇ ਹੋ ਕਿਸੇ ਦੇ ਵਿੱਚੋਂ, ਠੀਕ ਹੈ? ਇਹ ਚੀਜ਼ ਦਾ ਧਿਆਨ ਦੇਣ ਦੀ ਲੋੜ ਹੈ। ਫਿਰ ਦੱਸਿਆ ਵਾ ਕਿ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ ਉਹ ਸਾਨੂੰ ਮਾਰਗ ਦੱਸਦੇ ਨੇ, ਕਿਉਂਕਿ ਬ੍ਰਹਮ ਗਿਆਨੀ ਦੱਸਦੇ ਨੇ ਕਿ ਇਸ ਮਾਇਆ ਦੇ ਰੂਪੀ ਜਿਹੜਾ ਸੰਸਾਰ ਹੈ, ਇਸ ਤੋਂ ਕਿੱਦਾਂ ਪਾਰ ਲੰਘਣਾ ਔਰ ਮੈਨੂੰ ਕਿੱਦਾਂ ਖਤਮ ਕਰਨਾ, ਮਾਇਆ ਤੋਂ ਕਿੱਦਾਂ ਬਚਣਾ ਹੈ ਬਈ, ਆਪਣੇ ਜਾਮੇ ਨੂੰ ਕਿੱਦਾਂ ਬਚਾਉਣਾ। ਇਹ ਸਭ ਗਿਆਨ ਸਾਨੂੰ ਬ੍ਰਹਮ ਗਿਆਨੀਆਂ ਦੀ ਸੰਗਤ ਚ ਮਿਲਦਾ। ਫਿਰ ਇਹ ਵੀ ਆਪਾਂ ਵਿਚਾਰ ਕੀਤੀ ਹੈ ਕਿ ਸੰਗਤ ਜਿਹੜੀ ਕੀਤੀ ਹੈ ਉਹਦਾ ਕੀ ਫਾਇਦਾ ਹੋਏਗਾ, ਉਹਦੇ ਨਾਲ ਕੀ ਫਾਇਦਾ ਹੋਏਗਾ, ਫਿਰ ਜੀਵਨ ਚ ਕੀ ਉਚਾਈ ਆਵੇਗੀ, ਇਹ ਵੀ ਪਤਾ ਲੱਗਾ। ਉਸ ਤੋਂ ਬਾਅਦ ਫਿਰ ਦੱਸਿਆ ਕਿ ਜੇ ਧਰਮ ਤੋਂ ਆਪਾਂ ਦੂਰ ਹੁੰਦੇ ਹਾਂ ਜਾਂ ਧਰਮ ਦੀ ਸਾਈਡ ਤੇ ਚੱਲਦੇ ਹਾਂ ਤੇ ਕੀ ਫਾਇਦਾ ਤੇ ਕੀ ਨੁਕਸਾਨ, ਜਿਸ ਆਪ ਜੀ ਨੂੰ ਸਾਰਿਆਂ ਨੂੰ ਪਤਾ। ਤੇ ਉਸ ਤੋਂ ਬਾਅਦ ਜਿਹੜੀ ਹੋਰ ਗੱਲ ਵਿਚਾਰ ਚੱਲਦੀ ਹੈ ਕਿ ਸੱਚ 'ਚ ਸਮਾਉਣ ਦਾ ਤਰੀਕਾ ਕੀ ਹੈ। ਉਹ ਕਹਿੰਦੇ ਸੱਚ ਬਣਨਾ ਪੈਣਾ। ਸੱਚ ਨੂੰ ਬਣਨ ਦੇ ਲਈ ਕੀ ਕਰੋਗੇ? ਰੱਬ ਕਿਤੇ ਬੈਠਾ ਹੀ ਹੈ, ਉਹ ਕਹਿੰਦੇ ਹਰ ਚੀਜ਼ 'ਚ ਸਮਾਇਆ ਹੋਇਆ ਹੈ। ਜਿਹੜੇ ਸਾਹਮਣੇ ਬੰਦੇ ਨਾਲ ਧੋਖਾ ਦੇਣੇ ਆ ਨਾ, ਧੋਖਾ ਕਰਨੇ, ਉਹ ਵੀ ਰੱਬ ਹੀ। ਕੀ ਕਰ ਰਿਹਾ ਤੂੰ? ਹੋਸ਼ ਕਰ। ਪਰ ਆਪਾਂ ਇੱਧਰ ਥੋੜੀ ਸੋਚਦੇ ਹਾਂ। ਆਪਾਂ ਸੋਚਦੇ ਨਿੱਜਰ ਸਾਹਿਬ ਇਹ ਚਰਨਜੀਤ ਆ, ਮੈਂ ਚਰਨਜੀਤ ਨੂੰ ਧੋਖਾ ਦੇ ਰਿਹਾ। ਬਾਣੀ ਮੰਨਦੀ ਨਹੀਂ ਹੈ। ਬਾਣੀ ਕਹਿੰਦੀ ਹਰ ਥਾਂ ਰੱਬ ਬੈਠਾ, ਰੱਬ ਹੀ ਹੈ, ਰੱਬ ਤੋਂ ਸਿਵਾਏ ਤਾਂ ਕੁਛ ਵੀ ਨਹੀਂ। ਪਰ ਇੱਥੇ ਇਹ ਫਰਜ਼ ਆ ਕਿ ਆਪਾਂ ਧਰਮ ਦੇ ਅਨੁਸਾਰ ਚੱਲਣਾ। ਹੁਣ ਇਹ ਵੀ ਪਤਾ ਹੈ ਕਿ ਹਰ ਜੀਵ 'ਚ ਰੱਬ ਹੈਗਾ, ਪਰ ਜਿੱਥੇ ਬਾਰਡਰ ਆ ਗਿਆ, ਜਿੱਥੇ ਤੁਹਾਡੀ ਸੇਫਟੀ ਦੀ ਪ੍ਰੋਬਲਮ ਆ ਗਈ, ਉੱਥੇ ਰੋਕਣਾ ਜ਼ਰੂਰੀ ਆ। ਕਿਉਂਕਿ ਧਰਮ ਦਾ ਤਰਾਜੂ ਜੋ ਕਹਿੰਦਾ ਉੱਥੇ ਉਹ ਕਰਨਾ ਸਹੀ ਆ। ਉੱਥੇ ਬੰਦਾ ਮਾਰ ਦੇਣਾ ਵੀ ਕੋਈ ਵੱਡੀ ਗੱਲ ਨਹੀਂ ਹੈ। ਦੇਖੋ ਗੁਰੂਆਂ ਨੇ ਆਪਣੇ ਨੇ ਕਿਰਪਾਨਾਂ ਚੁੱਕੀਆਂ, ਹਰਗੋਬਿੰਦ ਸਾਹਿਬ ਨੇ ਵੀ ਕਿਰਪਾਨ ਚੁੱਕੀ ਆ। ਹੁਣ ਆਮ ਬੰਦਾ ਵੇਖੇ ਤਾਂ ਕਹੂਗਾ ਕਿ ਵੀ ਇਹਨਾਂ ਤੇ ਕਿਰਪਾਨ ਚੁੱਕੀ ਹੈ, ਸੰਤ ਹੈਗੇ, ਪਰ ਸਹੀ ਆ। ਉਹਨਾਂ ਨੇ ਦੱਸਿਆ ਕਿ ਦੇਖੋ ਇੱਥੇ ਰਾਜਨੀਤੀ ਵੀ ਆਪਾਂ ਕਰਨੀ ਹੈ, ਕੋਈ ਐ ਥੋੜੀ ਕਿ ਬੇਵਕੂਫ ਨੂੰ ਉੱਤੇ ਚੌਧਰੀ ਬਣਾ ਦਈਏ, ਉਹ ਤੁਹਾਡੇ ਘਰ ਦਾ ਮਤਲਬ ਸਾਰਾ ਸਿਸਟਮ ਹੀ ਖਰਾਬ ਕਰ ਦੇ, ਮੁੜ ਕੇ ਡਿਵੈਲਪਮੈਂਟ ਰੁਕ ਜੇ। ਹੁਣ ਵੇਖੋ ਅੰਮ੍ਰਿਤਸਰ 'ਚ ਕਿਲੋ ਮਿੱਟੀ ਉੱਡਦੀ ਹੈ,
ਇੱਥੇ ਕਿਤੇ ਕਿਲੋ 2 ਕਿਲੋਮੀਟਰ ਸਫ਼ਰ ਕਰਨਾ ਪਵੇ ਤੇ ਮੇਰੇ ਸਾਹਮਣੇ ਅੱਧਾ ਕਿਲੋ ਮਿੱਟੀ ਬੰਦਾ ਖਾ ਜਾਂਦਾ। ਤੁਸੀਂ ਕੱਪੜੇ ਪਾ ਕੇ ਜਾਓ, ਰਾਹ ਹੀ ਨਹੀਂ ਹੈਗਾ, ਇੰਨੀ ਗੰਦਗੀ, ਸਾਰਾ ਸ਼ਹਿਰ ਪੁੱਟਿਆ। ਇਹਦਾ ਮਤਲਬ ਇਹੋ ਹੀ ਆ ਕਿ ਜਦੋਂ ਤੁਸੀਂ ਚੋਣ ਕਰਦੇ ਜੋ ਸਹੀ ਬੰਦੇ ਨੂੰ ਵੋਟਾਂ ਪਾਓ, ਸਹੀ ਬੰਦੇ ਨੂੰ ਅੱਗੇ ਲਿਆਓ, ਇਹ ਵੀ ਸਾਡੀ ਜ਼ਿੰਮੇਵਾਰੀ ਹੈ, ਨੈਤਿਕ ਜ਼ਿੰਮੇਵਾਰੀ ਹੈ। ਤੁਸੀਂ ਵੋਟ ਨਹੀਂ ਪਾਉਂਦੇ ਤੇ ਇਹ ਵੀ ਪਾਪ ਆ। ਤੁਸੀਂ ਗਲਤ ਬੰਦੇ ਨੂੰ ਵੋਟ ਪਾਉਂਦੇ ਇਹ ਵੀ ਪਾਪ ਆ। ਆਪ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਕਿਸੇ ਗਲਤ ਬੰਦੇ ਨੂੰ, ਠੱਗ ਨੂੰ ਦਾਨ ਦੇ ਦਿੰਦੇ, ਇਹ ਵੀ ਪਾਪ ਆ। ਤੁਹਾਡੇ ਘਰ ਕੋਈ ਜਾਨਵਰ ਆ ਗਿਆ, ਉਹਨੂੰ ਤੁਸੀਂ ਮਾਰ ਦਿੱਤਾ ਹੈ, ਇਹ ਵੀ ਪਾਪ ਆ। ਪਰ ਮਾਰ ਤੇ ਦਿੱਤਾ ਹੈ, ਹੁਣ ਉਹ ਕਿਸ ਪਰਪਸ ਲਈ ਮਾਰਿਆ? ਜ਼ਰੂਰੀ ਸੀ? ਕਿਤੇ ਐਵੇਂ ਤੇ ਨਹੀਂ ਸ਼ੌਂਕਣਾ ਨਹੀਂ ਤੇ ਮਾਰ ਦਿੱਤਾ। ਵੈਸੇ ਸੱਪ ਨੂੰ ਮਾਰੋਗੇ ਤਾਂ ਪਾਪ ਹੈ, ਪਰ ਹੁਣ ਤੁਹਾਡੇ ਬੈਡਰੂਮ 'ਚ ਵੜ ਗਿਆ। ਉੱਥੇ ਧਰਮ ਕੀ ਕਹਿੰਦਾ? ਗ੍ਰੰਥਾਂ 'ਚ ਤੇ ਲਿਖਿਆ ਵਾ। ਉਸ ਟਾਈਮ ਤੇ ਪਾਪ ਤੈਨੂੰ ਲੱਗਣਾ ਹੋਗਾ, ਪਰ ਉਸ ਟਾਈਮ ਤੇ ਤੈਨੂੰ ਇਹ ਵੇਖਣਾ ਪਊਗਾ ਕਿ ਜੇ ਤੂੰ ਉਹਨੂੰ ਨਹੀਂ ਮਾਰਦਾ, ਹੁਣ ਅੰਦਰ ਰਾਤ ਦਾ ਟਾਈਮ ਹੈ, ਉਹਨੇ ਤੈਨੂੰ ਨੁਕਸਾਨ ਪਹੁੰਚਾ ਦੇਣਾ। ਛੋਟੇ ਛੋਟੇ ਤੇਰੇ ਬੱਚੇ ਆ। ਤੋ ਗੱਲਾਂ ਕਾਫੀ ਟੈਕਨੀਕਲ ਗੱਲਾਂ ਨੇ। ਸੋ ਧਰਮ ਤੁਹਾਨੂੰ ਇੱਕ ਅਸਲੀ ਕੰਪਲੀਟ ਜੀਵਨ ਜਿਹੜਾ ਜੀਵਨਾ ਸਿਖਾਉਂਦਾ ਹੈ, ਤੇ ਇਸ ਕਰਕੇ ਧਾਰਮਿਕ ਹੋਣਾ ਬਹੁਤ ਜ਼ਰੂਰੀ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। 5-6 ਪੁਆਇੰਟ ਲਾਸਟ ਦੇ ਡਿਸਕਸ ਕੀਤੇ, ਇਹਨਾਂ ਨੂੰ ਆਪਣੇ ਜੀਵਨ 'ਚ ਲਾਗੂ ਕਰੋ, ਕਿਉਂਕਿ ਇਹ ਕਹਿਣ ਕੂਣ ਦਾ ਕੋਈ ਵਿਸ਼ਾ ਨਹੀਂ ਹੈਗਾ। ਐਵੇਂ ਕਹਿਦਾ ਪੜ੍ਹਨ ਪੁੜਨ ਦਾ ਵਿਸ਼ਾ ਨਹੀਂ। ਤੁਸੀਂ ਰੋਜ਼ ਸੁਣਦੇ ਜੋ ਗੱਡੀ ਤੁਹਾਡੀ ਉੱਥੇ ਖਲੋਤੀ ਰਵੇ। ਉਹ ਪੰਜਾਬੀ 'ਚ ਇੱਕ ਕਹਾਵਤ ਹੈਗੀ ਆ, ਸਰਪੰਚਾਂ ਦਾ ਕਿਆ ਸਿਰ ਮੱਥੇ ਤੇ, ਪੜਾ ਉੱਥੇ ਦਾ ਉੱਥੇ। ਬਾਣੀ ਤੁਹਾਨੂੰ ਕਹਿੰਦੀ ਆ ਕਿ ਐਡਜਸਟਮੈਂਟ ਕਰ। ਜਿੱਦਾਂ ਪੈਨਸਲ ਨੂੰ ਹਰ ਦਿਨ ਹਰ ਵਾਰ ਜਦੋਂ ਆਪਾਂ ਨੂੰ ਇਸਤੇਮਾਲ ਕਰਦੇ ਹਾਂ, ਉਹਨੂੰ ਤਿੱਖਾ ਕਰਨਾ ਪੈਂਦਾ ਹੈ। ਤੇ ਜਦੋਂ ਪੈਨਸਲ ਉਹ ਪ੍ਰੋਸੈਸ ਦੇ ਵਿੱਚੋਂ ਲੰਘਦੀ ਹੈ ਤੇ ਨੈਚੁਰਲੀ ਪੈਨਸਲ ਖੁਸ਼ ਨਹੀਂ ਹੁੰਦੀ, ਕਿਉਂਕਿ ਕਿਹੜਾ ਸਾਡੇ ਤੇ ਬਾਣੀ ਕਹਿੰਦੀ ਹੈ ਕਿ ਸਾਨੂੰ ਕਿ ਉਹ ਧਰਮ ਨੂੰ ਲਿਆਓ ਤੇ ਪੈਨਸਲ ਘੜਨ ਵਾਂਗੂ ਆ, ਫਾਲਤੂ ਦੀ ਲੱਕੜ ਲਾਉਣੀ ਪੈਣੀ। ਤੇ ਉਹ ਨੈਚੁਰਲੀ ਏਡਾ ਕੰਫਰਟੇਬਲ ਚੀਜ਼ ਤੇ ਹੈ ਨਹੀਂ। ਉਹਦੇ ਨਾਲ ਸਾਨੂੰ ਥੋੜੀ ਜਿਹੀ ਪਰੇਸ਼ਾਨੀ ਜ਼ਰੂਰ ਹੋਵੇਗੀ, ਕਿਉਂਕਿ ਜਿਹੜੇ ਤਰੀਕੇ ਨਾਲ ਆਪਾਂ ਕੰਮ ਕਰਦੇ ਸੀ ਉਹ ਬੜਾ ਈਜ਼ੀ ਸੀ, ਬੜਾ ਯੂਜ਼ ਟੂ ਸੀ, ਨਾਲੇ ਲੋਕੀ ਵੀ ਏਦਾਂ ਕਰਦੇ ਪਏ ਆ। ਪਰ ਜਿਹੜਾ ਬਾਣੀ ਕਹਿੰਦੀ ਉਹ ਤੇ ਕੰਮ ਵੀ ਬਿਲਕੁਲ ਟੋਟਲੀ ਡਿਫਰੈਂਟ, ਸਭ ਕੁਛ ਡਿਫਰੈਂਟ ਹੋ ਜਾਣਾ। ਹੋ ਸਕਦਾ ਤੁਹਾਡੇ ਦੋਸਤ ਘਟ ਜਾਣ। ਕਿਉਂ ਘਟ ਜਾਣੇ ਆ? ਕਿਉਂਕਿ ਉਹ ਤੁਹਾਡੀ ਤਾਲ ਨਹੀਂ ਉਹਨਾਂ ਨਾਲ ਰਲਣੀ, ਤੁਹਾਡੇ ਦੋਸਤ ਬਦਲ ਜਾਣੇ ਕਾਫੀ ਹੱਦ ਤੱਕ। ਸੋ ਇਹ ਗੱਲਾਂ ਬਾਤਾਂ ਹੈਗੀਆਂ ਨੇ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ, ਬਾਕੀ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਿਜਰ ਸਾਹਿਬ, ਠੀਕ ਹੈ ਜੀ? ਹਾਂਜੀ, ਬਹੁਤ ਵਧੀਆ ਗੋਰਖ ਸਾਹਿਬ। ਠੀਕ ਹੈ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਭ ਤੇ ਮਾਫ ਕਰੋ। ਅੱਗੇ ਤੋਂ ਇਸ਼ਵਰ ਦੇ ਬਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਤੇ ਮੇਰੇ ਪਿਤਾ ਮਿਹਰ ਕਰੋ, ਮੇਰੇ ਕਰੋ, ਆਪ ਸਾਡਾ ਮਾਰਗਦਰਸ਼ਨ ਕਰੋ। ਸਾਨੂੰ ਕੁਛ ਵੀ ਨਹੀਂ ਪਤਾ, ਅਸੀਂ ਤੇ ਕੇਵਲ ਗੱਲਾਂ ਦਾ ਵਿਸ਼ਾ ਹੀ ਜਾਣਦੇ ਹਾਂ। ਆਪ ਸਾਡੇ ਜੀਵਨ ਚ ਅਸਲੀ ਨਾਮ ਨੂੰ ਲੈ ਕੇ ਆਓ, ਤਾਂ ਜੋ ਇਸ ਭਾਵ ਸਾਗਰ ਤੋਂ ਅਸੀਂ ਪਾਰ ਹੋ ਸਕੀਏ। ਜਿਸ ਕਾਰਜ ਨੂੰ ਅਸੀਂ ਸ਼ੁਰੂ ਕੀਤਾ ਹੈ ਇਹ ਪੂਰਾ ਹੋ ਜਾਏ ਮੇਰੇ ਮਾਲਿਕ। ਜੋ ਵੀ ਵਿਚਾਰ ਸੁਣਦਾ ਹੈ, ਜੋ ਵੀ ਹਾਜ਼ਰੀ ਲਗਾ ਰਿਹਾ ਮੇਰੇ ਪਿਤਾ, ਆਪ ਉਹਨੂੰ ਤੰਦਰੁਸਤੀ ਬਖਸ਼ੋ, ਦਿਨ ਰੋਗਤਾ ਬਖਸ਼ੋ, ਆਪਣਾ ਨਾਮਦਾਨ ਬਖਸ਼ੋ। ਦਾਸ ਦੀ ਬੇਨਤੀ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਸੰਗਤ ਜੀ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।